ਮਸਲਾ ਭਗਦਾ ਚूंकि ਮਸਲਾ ਤੁਹਾਡੇ ਨਾਲ ਜੁੜਿਆ ਹੈ, ਤੁਹਾਡੇ ਪੈਸੇ ਨਾਲ ਜੁੜਿਆ ਹੈ, ਤੁਹਾਡੇ ਟੈਕਸ ਨਾਲ ਜੁੜਿਆ ਹੈ ਔਰ ਉਹ ਟੈਕਸ ਦਾ ਪੈਸਾ ਜਦੋਂ ਵਿਧਾਇਕਾਂ ਮੰਤਰੀਆਂ ਦੀ ਤਨਖਾਹਾਂ ਭੱਤੇ ਖਰਚਿਆਂ ਦੇ ਤੌਰ ਤੇ ਦਿੱਤਾ ਜਾਂਦਾ ਹੈ ਤੇ ਉਹਦੀ ਬਰਬਾਦੀ ਆਖਰਕਾਰ ਕਿਉਂ ਹੋਏ? ਇਹ ਸਵਾਲ ਖੜਾ ਹੋ ਰਿਹਾ ਹੈ ਔਰ ਇਹ ਸਵਾਲ ਇਸੇ ਕਰਕੇ ਖੜਾ ਹੋ ਰਿਹਾ ਹੈ ਕਿ ਪਿਛਲੇ 6 ਮਹੀਨੇ ਤੋਂ ਪੰਜਾਬ ਦਾ ਕੰਮਕਾਜ ਸਰਕਾਰ ਵੱਲੋਂ ਜੋ ਕੈਬਨਿਟ 'ਚ ਬਿੱਲ ਆਏ ਸ਼ਾਇਦ 6 ਘੰਟੇ ਵੀ ਉਹਨਾਂ ਤੇ ਚਰਚਾ ਦੇ ਲਈ ਵਿਧਾਨ ਸਭਾ 'ਚ ਨਹੀਂ ਮਿਲ ਰਹੇ। ਸਵਾਲ ਇਸ ਕਰਕੇ ਵੱਡਾ ਹੈ, ਜੇ ਵਿਧਾਨ ਸਭਾ ਚੱਲਦੀ ਹੈ ਤੇ ਸਵਾਲ ਖੜਾ ਹੁੰਦਾ ਹੈ ਔਰ ਜੇ ਵਿਧਾਨ ਸਭਾ ਛੁੱਟੀ ਹੁੰਦੀ ਹੈ ਯਾਨੀ ਕਿ ਸੈਸ਼ਨ ਛੋਟਾ ਹੁੰਦਾ ਹੈ ਤਾਂ ਸਵਾਲ ਖੜਾ ਹੁੰਦਾ ਹੈ। ਦਰਅਸਲ ਪੰਜਾਬ ਸਰਕਾਰ ਵੱਲੋਂ 28 ਤਰੀਕ ਨੂੰ ਇਜਲਾਸ ਜਿਹੜਾ ਹੈਗਾ ਉਹ ਸੱਦਿਆ ਗਿਆ, ਮੌਨਸੂਨ ਇਜਲਾਸ ਕਹਿ ਲਈਏ ਜਾਂ ਇਜਲਾਸ ਕਹਿ ਲਈਏ, ਕਿਉਂਕਿ 4 ਮਾਰਚ ਨੂੰ ਇਜਲਾਸ ਹੋਇਆ ਸੀ। ਕਾਨੂੰਨ ਕਹਿੰਦਾ ਹੈ ਕਿ 6 ਮਹੀਨੇ ਦੇ ਅੰਦਰ ਇੱਕ ਇਜਲਾਸ ਹੋਣਾ ਚਾਹੀਦਾ। ਸੋ ਇਸ ਕਰਕੇ ਸਪੀਕਰ ਨੇ ਕਿਹਾ ਕਿ 4 ਸਤੰਬਰ ਤੋਂ ਪਹਿਲਾਂ ਇਜਲਾਸ ਸੱਦਣਾ ਪਏਗਾ। ਸੋ ਇਸ ਕਰਕੇ ਮਜਬੂਰੀ ਕਹਿ ਲਈਏ ਜਾਂ ਜ਼ਰੂਰੀ ਕਹਿ ਲਈਏ ਇਜਲਾਸ ਸੱਦ ਲਿਆ ਗਿਆ, ਪਰ ਇੱਕ ਦਿਨ ਦਾ। ਹੁਣ ਜਿਹੜਾ ਐਮਐਲਏ ਅਬੋਹਰ ਦਾ ਉਹ ਚੰਡੀਗੜ੍ਹ ਆਏਗਾ, ਇੱਕ ਦਿਨ ਦਾ ਇਜਲਾਸ ਕਰਕੇ ਜਾਏਗਾ। ਅਬੋਹਰ ਤੋਂ ਚੰਡੀਗੜ੍ਹ ਆਣਾ ਜਾਣਾ ਖਰਚਾ ਸਰਕਾਰ ਦੇ ਪੱਲਿਓਂ ਯਾਨੀ ਕਿ ਤੁਹਾਡੀ ਜੇਬ ਤੋਂ ਜਾਏਗਾ। ਜਿਹੜਾ ਐਮਐਲਏ ਪਠਾਨਕੋਟ ਸੁਜਾਨਪੁਰ ਤੋਂ ਆਏਗਾ ਉਹਦਾ ਖਰਚਾ ਇੱਕ ਦਿਨ ਦੇ ਸੈਸ਼ਨ ਦੇ ਲਈ ਸਰਕਾਰ ਦੇਗੀ ਯਾਨੀ ਕਿ ਤੁਹਾਡੀ ਜੇਬ ਤੋਂ। ਔਰ ਉਸ ਤੋਂ ਵੀ ਵੱਡੀ ਗੱਲ, ਇਹਨਾਂ 6 ਮਹੀਨਿਆਂ 'ਚ ਪੰਜਾਬ 'ਚ ਜੋ ਕੁਝ ਹੋਇਆ ਕਿ ਸਰਕਾਰ ਉਸ ਤੇ ਚਰਚਾ ਨਹੀਂ ਕਰਨਾ ਚਾਹ ਰਹੀ। ਮਸਲੇ ਬਹੁਤ ਨੇ, ਉਹ ਕਿਹੜੇ ਮਸਲੇ ਨੇ ਉਹਨਾਂ ਦੀ ਵੀ ਗੱਲ ਕਰਾਂਗੇ। ਸਵਾਲ ਵੱਡੇ ਨੇ ਔਰ ਸਵਾਲਾਂ ਤੇ ਵੀ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਲੱਗਦਾ ਹੈ ਕਿ ਕਿਹੜੇ ਮਸਲੇ ਐਤਕੀ ਵਿਧਾਨ ਸਭਾ ਦੇ ਵਿੱਚ ਵਿਚਾਰੇ ਜਾਣੇ ਸੀ ਜੋ ਸ਼ਾਇਦ ਇੱਕ ਦਿਨ ਦਾ ਜਾਂ ਮਹਿਜ਼ ਕੁਝ ਘੰਟਿਆਂ ਦੇ ਇਜਲਾਸ ਕਰਕੇ ਨਹੀਂ ਵਿਚਾਰੇ ਜਾਣਗੇ। ਇੱਕ ਵਾਰੀ ਉਹਨਾਂ ਤੇ ਵੀ ਨਜ਼ਰ ਪਾ ਲੈਂਦੇ ਹਾਂ, ਕਿਉਂਕਿ ਮਸਲਾ ਵਿਰੋਧੀ ਬਾਰ-ਬਾਰ ਕਹਿ ਰਹੇ ਨੇ ਕਿ ਸ਼ਾਇਦ ਇਸੇ ਕਰਕੇ ਸਰਕਾਰ ਇਜਲਾਸ ਵੱਡਾ ਨਹੀਂ ਕਰ ਰਹੀ। ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਇੱਕ ਸਭ ਤੋਂ ਵੱਡਾ ਮਸਲਾ ਹੈ ਜਿਸ ਤੇ ਲਗਾਤਾਰ ਵਿਰੋਧੀ ਕਹਿ ਰਹੇ ਨੇ ਕਿ ਚਰਚਾ ਹੋਣੀ ਚਾਹੀਦੀ ਹੈ। 6 ਮਹੀਨੇ ਦਰਮਿਆਨ ਕੋਰੋਨਾ ਨੂੰ ਲੈ ਕੇ ਸਰਕਾਰ ਨੇ ਜੋ ਕੰਮਕਾਜ ਕੀਤੇ ਨੇ ਉਸ ਨੂੰ ਲੈ ਕੇ ਵੀ ਕਈ ਕਿੰਤੂ ਪਰੰਤੂ ਵਿਰੋਧੀ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਉਸ ਤੇ ਵੀ ਚਰਚਾ ਹੋਣੀ ਚਾਹੀਦੀ ਹੈ। ਪਿਛਲੇ 6 ਮਹੀਨਿਆਂ 'ਚ ਪੰਜਾਬ 'ਚ ਜੋ ਟੈਕਸਾਂ ਦਾ ਚੂਨਾ ਲੱਗਿਆ, ਚਾਹੇ ਮਾਈਨਿੰਗ ਕਰਕੇ ਚਾਹੇ ਐਕਸਾਈਜ਼ ਕਰਕੇ, ਉਹਦੇ ਤੇ ਚਰਚਾ ਹੋਣੀ ਚਾਹੀਦੀ ਹੈ। ਨਾਜਾਇਜ਼ ਸ਼ਰਾਬ ਮਾਫੀਆ ਵੱਲੋਂ ਜੋ ਟੈਕਸ ਦੀ ਚੋਰੀ ਹੋਈ ਹੈ ਉਹ ਇੱਕ ਸਭ ਤੋਂ ਵੱਡਾ ਮਸਲਾ ਹੈ, ਕੀ ਉਸ ਤੇ ਚਰਚਾ ਨਹੀਂ ਹੋਏਗੀ? ਮਾਈਨਿੰਗ ਮਾਫੀਆ ਨੂੰ ਸਰਕਾਰ ਵੱਲੋਂ ਜਿਹੜੀ ਛੂਟ ਦਿੱਤੀ ਗਈ ਹੈ, ਜੋ ਖੱਡਾਂ ਨੂੰ ਛੂਟ ਦਿੱਤੀ ਗਈ ਹੈ, ਉਸ ਨੂੰ ਲੈ ਕੇ ਵੀ ਲਗਾਤਾਰ ਕਈ ਸਵਾਲ ਖੜੇ ਹੋ ਰਹੇ ਨੇ। ਮਾਈਨਿੰਗ ਪਰਚੀ ਨੂੰ ਲੈ ਕੇ ਹਾਈ ਕੋਰਟ ਵੱਲੋਂ ਜਿਹੜੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਗਏ ਨੇ ਉਸ ਤੇ ਸਵਾਲ ਉੱਠ ਰਹੇ ਨੇ, ਪਰ ਚਰਚਾ ਕਿਵੇਂ ਹੋਏਗੀ ਇੱਕ ਦਿਨ ਦੇ ਵਿੱਚ? ਸੋ ਇਹ ਕੁਝ ਸਵਾਲ ਨੇ, ਇੱਕ ਵਾਰੀ ਹੋਰ ਸਵਾਲਾਂ ਤੇ ਵੀ ਨਜ਼ਰ ਪਾ ਲੈਣੇ ਔਰ ਫਿਰ ਸਿੱਧੇ ਚਰਚਾ ਤੇ ਚੱਲਾਂਗੇ, ਕਿਉਂਕਿ ਮਸਲਾ ਵੱਡਾ ਹੈ। ਪੰਜਾਬ, ਪੰਜਾਬੀਅਤ, ਪੰਜਾਬ ਦੇ ਲੋਕਾਂ ਦੀ ਜੇਬ, ਉਹਨਾਂ ਦੇ ਪੈਸੇ, ਉਹਨਾਂ ਦੇ ਟੈਕਸ, ਸਾਰੀਆਂ ਚੀਜ਼ਾਂ ਦੇ ਨਾਲ ਇਹ ਚੀਜ਼ ਜੁੜੀ ਹੋਈ ਹੈ। ਸਵਾਲ ਜਿਨ੍ਹਾਂ ਤੇ ਚਰਚਾ ਹੋਏਗੀ, ਕਿਉਂ ਸੈਸ਼ਨ ਨੂੰ ਲੈ ਕੇ ਸਰਕਾਰ ਲਗਾਤਾਰ ਸਵਾਲਾਂ ਦੇ ਘੇਰੇ 'ਚ ਔਰ ਕੱਲਾ ਹੁਣ ਨਹੀਂ, ਪਿਛਲੇ 10, 12, 15 ਸਾਲਾਂ ਤੋਂ ਇਹ ਸਵਾਲ ਲਗਾਤਾਰ ਖੜੇ ਹੋ ਰਹੇ ਨੇ ਕਿ ਮਸਲਿਆਂ ਤੋਂ ਸਰਕਾਰ ਭੱਜ ਰਹੀ ਹੈ। ਸੈਸ਼ਨ ਛੋਟਾ ਹੋਣਾ ਮਤਲਬ ਅਸਲ ਮਸਲਿਆਂ ਤੋਂ ਜਾਣਾ, ਇਹ ਸਵਾਲ ਕਈ ਵਾਰ ਖੜੇ ਹੁੰਦੇ ਨੇ। ਇੱਕ ਦਿਨ ਦੇ ਸੈਸ਼ਨ ਤੋਂ ਹਾਸਲ ਕੀ ਹੋਏਗਾ? ਕੋਰੋਨਾ ਹੈ, ਪਰ ਇਹਨਾਂ ਕੋਰੋਨਾ ਕਾਲ ਦੇ ਦੌਰਾਨ ਕਈ ਸਮਾਗਮ ਹੋ ਰਹੇ ਨੇ, 15 ਅਗਸਤ ਦੇ ਸਮਾਗਮ ਹੋਏ, ਪਹਿਲਾਂ ਧਰਨੇ ਪ੍ਰਦਰਸ਼ਨ ਹੋ ਰਹੇ ਨੇ। ਸੋ ਫਿਰ ਕਿਉਂ ਕਿ ਇੱਕ ਦਿਨ ਦਾ ਸੈਸ਼ਨ ਜਨਤਾ ਦੇ ਪੈਸੇ ਦੀ ਬਰਬਾਦੀ ਤਾਂ ਨਹੀਂ? ਸਿੱਧਾ ਸਵਾਲ ਚਰਚਾ ਕਰਨੇ ਆ। ਜਿਹੜੇ ਖਾਸ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ, ਆਮ ਆਦਮੀ ਪਾਰਟੀ ਤੋਂ ਅਮਨ ਅਰੋੜਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਤੋਂ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਜੀ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਬਲਦੇਵ ਸਿੰਘ ਖਹਿਰਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ। ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਸਾਹਿਬ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਤੇ ਪ੍ਰੋਫੈਸਰ ਪਿਆਰੇ ਲਾਲ ਗਰਗ ਸਿਆਸੀ ਮਾਹਰ ਦੇ ਤੌਰ ਤੇ ਸਾਡੇ ਨਾਲ ਜੁੜੇ ਨੇ। ਸੰਧੂ ਸਾਹਿਬ, ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਹੀ ਆਉਂਗਾ ਕਿ ਲਗਾਤਾਰ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਕਿ ਇੱਕ ਦਿਨ ਦਾ ਸੈਸ਼ਨ, ਕੋਰੋਨਾ ਕਾਲ ਹੈ, ਕੋਰੋਨਾ ਤੋਂ ਬਚਣਾ ਵੀ ਹੈ, ਇਹਤਿਆਤਨ ਸਾਰਾ ਕੁਝ ਕਰਨਾ ਹੈ। ਮਜਬੂਰੀ ਕਹਿ ਲਓ ਜਾਂ ਜ਼ਰੂਰੀ ਕਹਿ ਲਓ ਕਿ 6 ਮਹੀਨੇ 'ਚ ਇੱਕ ਵਾਰੀ ਸੈਸ਼ਨ ਵੀ ਸੱਦਣਾ ਹੈ, ਸਾਰਾ ਕੁਝ ਠੀਕ ਹੈ, ਪਰ ਤੁਹਾਨੂੰ ਲੱਗਦਾ ਹੈ ਕਿ ਜੇ ਇੱਕ ਦਿਨ ਦਾ ਸੈਸ਼ਨ ਹੈ ਤੇ ਉਹਨਾਂ ਥੋੜਾ ਹੋਰ ਵਧਾਇਆ ਜਾ ਸਕਦਾ ਸੀ, ਜਿਸ ਤੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ? ਦੇਖੋ, ਇਸ ਤਰ੍ਹਾਂ ਜੀ ਕਿ ਜਿੱਦੇ ਵੀ ਤੁਸੀਂ, ਮੈਂ ਪਿਛਲੇ ਪਾਰਲੀਮੈਂਟ ਤੋਂ ਸੁਣ ਰਿਹਾ ਸੀ, ਸ਼੍ਰੀ ਮਨੋਰੰਜਨ ਕਾਲੀਆ ਜੀ ਵੀ ਬੋਲੇ, ਪ੍ਰੋਫੈਸਰ ਚੰਦੂ ਮਾਜਰਾ ਦੀ ਆਵਾਜ਼ ਸੀ ਮੇਰੇ ਖਿਆਲ 'ਚ ਅਕਾਲੀ ਦਲ ਤੋਂ, ਉਹਨਾਂ ਦੀ ਵੀ ਮੈਂ ਗੱਲ ਸੁਣੀ। ਉਸ ਤੋਂ ਬਾਅਦ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਮੈਂਬਰ ਪਾਰਲੀਮੈਂਟ ਸੰਗਰੂਰ, ਉਹਨਾਂ ਦੀ ਵੀ ਗੱਲ ਸੁਣੀ ਔਰ ਤੁਸੀਂ ਵੀ ਲਗਾਤਾਰ ਇਹ ਇਸ਼ੂ ਨੂੰ ਲੈ ਕੇ ਕੀਤਾ। ਸੋ ਫੋਰਮਸ ਹੈ ਜੀ ਅਲੱਗ-ਅਲੱਗ, ਜੇ ਆਪਾਂ ਜਿਹੜੇ ਕੁਐਸਚਨਸ ਅੱਜ ਰੇਜ਼ ਹੋ ਰਹੇ ਜੀ ਵੀ ਹੂਜ ਟ੍ਰੈਜੇਡੀ ਨੂੰ ਲੈ ਕੇ ਡਿਸਕਸ਼ਨ ਹੋਣੀ ਚਾਹੀਦੀ।
ਜਾਂ ਮਾਈਨਿੰਗ ਵਾਲਾ ਇਸ਼ੂ ਜਿਹੜਾ ਹੈਗਾ ਉਸ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ। ਜੇ ਕਰੋਨਾ ਦੀ ਜਿਵੇਂ ਮਨੋਰੰਜਨ ਕਾਲਜ ਨੇ ਕੀਤਾ ਜਾਂ ਰਾਸ਼ਨ ਨੂੰ ਲੈ ਕੇ ਮਤਲਬ ਇਸ਼ੂਜ਼ ਦੱਸੇ ਗਏ ਕਿ ਡਿਸਕਸ਼ਨ ਹੋਣੇ ਚਾਹੀਦੇ ਹੈ। ਮੈਂ ਇਹਦੇ ਵਿੱਚ ਸਰਕਾਰ ਨੇ ਜੋ ਪ੍ਰਸਤਾਵ ਰੱਖਿਆ ਇੱਕ ਦਿਨ ਦਾ, ਉਸ ਤੋਂ ਬਾਅਦ ਹਾਊਸ ਦੇ ਵਿੱਚ ਸਪੀਕਰ ਸਾਹਿਬ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੁਲਾ ਕੇ ਵੀ ਮੀਟਿੰਗ ਕਰਦੇ ਆ। ਮੇਰੇ ਹਿਸਾਬ ਨਾਲ ਸਹੀ ਫੋਰਮ ਇਸ ਕੁਐਸਚਨ ਨੂੰ ਉਠਾਉਣ ਦਾ ਓਕੇ ਹੈਗਾ। ਇੱਕ ਗੱਲ, ਜਿਹੜੇ ਸਵਾਲ ਹੈਗੇ ਆ ਔਰ ਜਿਹੜੇ ਇਸ਼ੂਜ਼ ਹੈਗੇ ਆ ਉਹ ਅੱਜ ਵੀ ਡਿਸਕਸ਼ਨ ਦਾ ਹਿੱਸਾ ਹੈਗੇ ਆ। ਲਗਾਤਾਰ ਜਿਹੜੇ ਇੱਥੋਂ ਚੈਨਲਸ ਹੈਗੇ, ਤੁਹਾਡਾ ਚੈਨਲ ਹੋ ਗਿਆ ਔਰ ਹੋਰ ਵੀ ਜਿਹੜੇ ਚੈਨਲਸ ਹੈ ਰੀਜਨਲ, ਉਸ ਤੇ ਤਕਰੀਬਨ ਲਗਾਤਾਰ ਡਿਸਕਸ਼ਨ ਹੁੰਦੀਆਂ ਰਹਿੰਦੀਆਂ। ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ ਜਿਹੜਾ ਮਸਲਾ ਆਪਾਂ ਲੋਕਾਂ ਤੱਕ ਜਿਹੜੀ ਆਪੋਜੀਸ਼ਨ ਪਾਰਟੀ ਦੀ ਡਿਊਟੀ ਹੁੰਦੀ ਹੈ ਪਹੁੰਚਾਉਣ ਦੀ ਆਪਦੇ ਤਰੀਕੇ ਨਾਲ, ਵੀ ਉਹ ਨਾ ਪਹੁੰਚਾ ਸਕੀ। ਹੁਣ ਕਰੋਨਾ ਦੇ ਜੋ ਅੱਜ ਦੇ ਦਿਨ ਹਾਲਾਤ ਹੈ ਉਸ ਨੂੰ ਦੇਖਦਿਆਂ ਹੋਇਆ, ਔਰ ਦੂਸਰਾ ਸਪੀਕਰ ਸਾਹਿਬ ਦੀ ਜੋ ਇੱਕ ਕਸਟੋਡੀਅਨ ਹੈਗੀ ਹੈ ਵਿਧਾਨ ਸਭਾ ਦੇ, ਔਰ ਜਿਹੜੀ ਮੇਨ ਸਟ੍ਰੀਮ ਪਾਰਟੀ ਦਾ ਉਹਨਾਂ ਨਾਲ ਇੱਕ ਡਿਸਕਸ਼ਨ ਵੀ ਉਹਨਾਂ ਨਾਲ ਜ਼ਰੂਰ ਹੋਈ ਹੋਊਗੀ। ਉਹਦੇ ਵਿੱਚ ਇਹ ਚੀਜ਼ ਵਿਚਾਰੀ ਗਈ ਹੋਊਗੀ, ਔਰ ਜੇ ਨਹੀਂ ਤਾਂ ਇਹਨਾਂ ਦਾ ਹੱਕ ਬਣਦਾ ਕਿ ਇੱਕ ਵਾਰੀ ਜਾ ਕੇ ਸਪੀਕਰ ਸਾਹਿਬ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨੀ। ਮੈਂ ਕੈਪਟਨ ਸਾਹਿਬ ਇੱਕ ਚੀਜ਼ ਹੋਰ ਤੁਹਾਡੇ ਤੋਂ ਸਮਝ ਨਹੀਂ ਚਾਹ ਰਿਹਾ, ਜਿਹੜੀ ਗੱਲ ਤੁਸੀਂ ਕਹੀ ਹੈ ਕਿ ਲਗਾਤਾਰ ਚੈਨਲਾਂ ਤੇ ਮਸਲਿਆਂ ਤੇ ਚਰਚਾ ਹੋ ਰਹੀ ਹੈ। ਮੈਂ ਬੜਾ ਸਿੱਧਾ ਸਵਾਲ ਕਰਨਾ ਚਾਹ ਰਿਹਾ ਕਿ ਜੇ ਪੰਜਾਬ ਦੇ ਮਸਲਿਆਂ ਤੇ ਚਰਚਾ ਚੈਨਲ ਤੇ ਹੋ ਰਹੀ ਹੈ, ਕੀ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਪਾਵਨ ਪਵਿੱਤਰ ਵਿਧਾਨ ਸਭਾ ਦੀ ਮਰਿਆਦਾ ਨੂੰ ਢਾਲ ਲਾਉਣ ਵਾਲੀ ਗੱਲ ਹੈ ਕਿ ਚੈਨਲਾਂ ਤੇ ਚਰਚਾ ਹੋ ਰਹੀ ਹੈ? ਗੱਲ ਜਨਤਾ ਦੇ ਚੁਣੇ ਨੁਮਾਇੰਦੇ ਉੱਥੇ ਜਾ ਕੇ ਚਰਚਾ ਕਰਦੇ ਨੇ ਤਮਾਮ ਮਸਲਿਆਂ ਤੇ, ਕਿ ਉੱਥੇ ਚਰਚਾ ਦੇ ਲਈ ਸਮਾਂ ਵਾਕਈ ਥੋੜਾ ਹੈ? ਔਰ ਇਹ ਵੀ ਸਵਾਲ ਉੱਠ ਰਹੇ ਨੇ ਕਿ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ? ਜਿਵੇਂ ਕਿ ਮੈਂ ਕਿਹਾ ਜੀ ਕਿ ਇਹ ਜਿਹੜੇ ਇਸ਼ੂਜ਼ ਹੈਗੇ ਆ, ਇਹ ਮੇਰਾ ਮਤਲਬ ਕਹਿਣ ਦਾ ਸਿਰਫ ਇੰਨਾ ਕੀ ਸੀ ਕਿ ਪਬਲਿਕ ਡੋਮੇਨ ਦੇ ਵਿੱਚ ਇਹ ਇਸ਼ੂਜ਼ ਬੜੇ ਸਟਰੋਂਗਲੀ ਡਿਸਕਸ ਹੋ ਰਹੇ ਹਨ। ਜਿੱਥੋਂ ਤੱਕ ਗੱਲ ਇੱਕ ਦਿਨ ਸਦਨ ਬੁਲਾਉਣ ਦੀ ਰਹੀ, ਉਹਦੇ ਵਿੱਚ ਜਿਹੜੀ ਕਮੇਟੀ ਹੁੰਦੀ ਆ, ਅਮਨ ਜੀ ਨੂੰ ਸ਼ਾਇਦ ਨਾ ਸਹੀ ਪਤਾ ਹੋਊਗਾ, ਮੈਂ ਇਸ ਟਾਈਮ ਮੇਰੇ ਆ ਨਹੀਂ ਰਹੀ, ਜਿਹੜੀ ਮੇਨ ਸਟ੍ਰੀਮ ਪਾਰਟੀ ਦੇ ਨੁਮਾਇੰਦੇ ਹੁੰਦੇ ਆ ਉਹ ਜਾ ਕੇ ਸਪੀਕਰ ਸਾਹਿਬ ਦੇ ਨਾਲ ਇਸ ਦੇ ਉੱਤੇ ਪੂਰੀ ਗੱਲਬਾਤ ਕਰਦੇ ਹੈਗੇ। ਨਹੀਂ ਹੁੰਦੀ ਹੈ ਸੰਦੀਪ ਸੰਧੂ ਜੀ, ਹੁੰਦੀ ਹੈ ਹਮੇਸ਼ਾ ਸੈਸ਼ਨ ਤੋਂ ਪਹਿਲਾਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਹੁੰਦੀ ਹੈ ਮੀਟਿੰਗ ਕਿ ਕਿੰਨਾ ਬਿਜ਼ਨਸ ਹੈ, ਕੀ ਕੁਝ ਹੋਣਾ ਹੈ, ਕਿੰਨਾ ਸਮਾਂ ਰੱਖਣਾ ਹੈ। ਪਰ ਅਮਨ ਜੀ ਮੈਨੂੰ ਲੱਗਦਾ ਆਪ ਉਹਦੇ ਮੈਂਬਰ ਨੇ ਔਰ ਕਈ ਵਾਰ ਇਸ ਮਸਲੇ ਨੂੰ ਉਹ ਕਹਿ ਚੁੱਕੇ ਨੇ ਕਿ ਸੁਣੀ ਨਹੀਂ ਜਾਂਦੀ, ਜਿੰਨਾ ਕੁ ਹੁੰਦਾ, ਚੁੱਕਿ ਮੈਂਡੇਟ ਉੱਥੇ ਹੁੰਦਾ ਹੈ ਉੱਥੇ ਵੀ ਸਾਰੀ ਗੱਲ ਮੈਂਡੇਟ ਦੀ ਆਉਂਦੀ। ਅਮਨ ਜੀ, ਕਿਉਂਕਿ ਗੱਲ ਬਾਰ-ਬਾਰ ਮੈਨੂੰ ਪਤਾ ਲਗਾਤਾਰ ਪਿਛਲੇ 3 ਸਾਲਾਂ ਤੋਂ ਅਸੀਂ ਚਰਚਾ ਕਰਨੇ ਹੁੰਦੇ ਆ ਕਿ ਜਦੋਂ ਸੈਸ਼ਨ ਹੁੰਦਾ ਹੈ ਕਿ ਜੀ ਸਮਾਂ ਥੋੜਾ ਹੈ, ਤੁਸੀਂ ਵੀ ਕਹਿੰਦੇ ਹੋ, ਅਕਾਲੀ ਦਲ ਵੀ ਕਹਿੰਦਾ ਹੈ। ਉਹ ਇੱਕ ਵੱਖਰੀ ਗੱਲ ਹੈ ਕਿ 4 ਸਾਲ ਪਹਿਲੇ ਦੀ ਤਸਵੀਰ ਮੈਨੂੰ ਯਾਦ ਹੈ ਕਿ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਹੋਣੇ ਸੀਗੇ 2017 ਤੋਂ, ਉਸ ਤੋਂ ਪਹਿਲਾਂ 16 ਦੇ ਵਿੱਚ ਆਈ ਥਿੰਕ ਨਵੰਬਰ ਜਾਂ ਅਕਤੂਬਰ ਦੇ ਵਿੱਚ ਜਿਹੜਾ ਸੈਸ਼ਨ ਹੋਇਆ, ਉਹ ਟੂਥਪੇਸਟ, ਉਹ ਬਿਸਤਰੇ ਵੀ ਸਾਰੇ ਉੱਥੇ ਹੀ ਸੀਗੇ। ਪਰ ਇਹ ਕਿ ਅੱਜ ਹਾਲਾਤ ਬਦਲ ਗਏ ਨੇ, ਜਾਂ ਕਹਿ ਲਓ ਕਿ ਅੱਜ ਸਿਟਿੰਗ ਅਰੇਂਜਮੈਂਟ ਬਦਲ ਗਿਆ। ਅਮਨ ਜੀ ਦੇਖੋ ਨਵਨੀਤ ਜੀ, ਇਸ ਤਰ੍ਹਾਂ ਹੈ ਕਿ ਸੰਦੀਪ ਸੰਧੂ ਜੀ ਮੇਰੇ ਵੱਡੇ ਭਰਾ ਨੇ, ਬਿਲਕੁਲ ਇਹਨਾਂ ਨੇ ਗੱਲ ਕਹੀ ਹੈ, ਜਿਹੜਾ ਐਗਜ਼ੈਕਟ ਫੋਰਮ ਹੈ, ਸਹੀ ਫੋਰਮ ਹੈ, ਉਹ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਮੀਟਿੰਗ ਦਾ ਹੁੰਦਾ। ਪਰ ਐਕਚੁਅਲੀ ਹੁੰਦਾ ਕੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਹੈੱਡ ਕਾਊਂਟ ਮੈਟਰ ਕਰਦਾ ਹੁੰਦਾ। ਉਸ ਦੇ ਵਿੱਚ 5 ਜਾਂ 6 ਮੈਂਬਰ ਹੁੰਦੇ ਨੇ, ਇੱਕ ਸਾਡਾ ਹੁੰਦਾ ਹੈ ਲੀਡਰ ਆਫ ਆਪੋਜੀਸ਼ਨ, ਇੱਕ ਅਕਾਲੀ ਦਲ ਬੀਜੇਪੀ ਦਾ ਹੋਏਗਾ ਸਾਂਝਾ, ਔਰ 3 ਜਾਂ 4 ਮੈਂਬਰ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੇ ਹੋਣਗੇ, ਕਿਉਂਕਿ ਨੰਬਰਾਂ ਦੇ ਮੁਤਾਬਕ ਚੱਲਣਾ ਹੈ, ਰੇਸ਼ੋ ਮੁਤਾਬਕ ਚੱਲਣਾ। ਉੱਥੇ ਵੀ ਕਿਸੇ ਦੀ ਗੱਲ ਸਾਡੀ ਸੁਣੀ ਨਹੀਂ ਜਾਂਦੀ ਹੈਗੀ। ਇਹਨਾਂ ਨੇ ਜੇ ਇੱਕ ਦਿਨ ਦਾ ਕਰਤਾ, ਦੈਟ ਮੀਨਸ ਉਹ ਇੱਕ ਦਿਨ ਦਾ ਹੀ ਰਹੂਗਾ। ਹੁਣ ਗੱਲ ਇਹ ਹੈ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਹੋ ਰਿਹਾ ਕਿ ਇੱਕ ਦਿਨ ਦਾ ਸੈਸ਼ਨ ਹੋ ਰਿਹਾ ਹੈ। ਅਲਟੀਮੇਟਲੀ ਜੇ ਤੁਸੀਂ ਪਿਛਲੇ ਪਿਛੋਕੜ ਦੇ ਵਿੱਚ ਝਾਕ ਮਾਰੋ, ਹਿਸਟਰੀ ਝਾਤ ਮਾਰੋ, ਤੇ ਲੰਮੇ ਸਮੇਂ ਤੋਂ ਸਾਰੇ ਸਾਲਾਂ ਦੇ ਜਿਹੜੇ ਸੈਸ਼ਨ ਨੇ ਉਹ ਮਹਿਜ਼ 10, 11, 12 ਪੂਰੇ ਦੇ ਪੂਰੇ ਸਾਲ ਦੇ ਵਿੱਚ ਹੁੰਦੇ ਨੇ। ਅੱਜ ਦਾ ਮੌਨਸੂਨ ਸੈਸ਼ਨ ਹੈ 1-2 ਦਿਨਾਂ ਦਾ ਹੀ ਕਰਦੇ ਨੇ। ਔਰ ਹੁਣ ਜਿਸ ਤਰੀਕੇ ਨਾਲ ਇੱਕ ਦਿਨ ਦਾ ਕੀਤਾ ਗਿਆ, ਮੈਂ ਸਮਝਦਾ ਕਿ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਤੁਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਕਿ ਕਨਸਟੀਟਿਊਸ਼ਨਲ ਮਜਬੂਰੀ ਹੈ ਇਹਨਾਂ ਦੀ, ਜਿਹੜਾ ਆਰਟੀਕਲ 174 ਹੈ ਉਹਦੀ ਕਲੌਜ਼ 1 ਕਹਿੰਦੀ ਹੈ ਕਿ 6 ਮਹੀਨਿਆਂ ਦੇ ਵਿੱਚ ਵਿਧਾਨ ਸਭਾ ਨੂੰ ਇੱਕ ਵਾਰੀ ਇਕੱਠੇ ਹੋਣਾ ਪਊਗਾ। ਮੈਂ ਤੁਹਾਨੂੰ ਇੱਕ ਨਵਨੀਤ ਜੀ, ਮੈਂ ਇੱਕ ਹੋਰ ਜਿਹੜਾ ਕਾਨੂੰਨ ਹੈ ਮੈਂ ਉਹ ਵੀ ਦੱਸਣਾ ਚਾਹੁੰਦਾ। ਆ ਮੇਰੇ ਹੱਥ ਦੇ ਵਿੱਚ ਵਿਧਾਨ ਸਭਾ ਦੀ, ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ, ਇਹਦਾ ਸੈਕਸ਼ਨ 14A ਹੈ। ਇਹ ਸਪਸ਼ਟ ਤੌਰ ਦੇ ਉੱਪਰ ਕਹਿੰਦਾ ਹੈ ਕਿ 1 ਸਾਲ ਦੇ ਵਿੱਚ ਵਿਧਾਨ ਸਭਾ ਜਿਹੜੀ ਉਹ ਘੱਟੋ ਘੱਟ 40 ਵਾਰ ਮਿਲਣੀ ਚਾਹੀਦੀ, ਯਾਨੀ ਕਿ 40 ਸਿਟਿੰਗਸ ਨੇ ਜਿਹੜੀ ਉਹ ਹੋਣੀਆਂ ਚਾਹੀਦੀਆਂ ਨੇ। ਹੁਣ ਲੰਮੇ ਸਮੇਂ ਤੋਂ ਹੋ ਕੀ ਰਿਹਾ ਹੈ, 1969 ਤੱਕ ਇਹ 40 ਤੋਂ ਵੱਧ ਹੁੰਦੀਆਂ ਰਹੀਆਂ। 1952 ਤਾਂ ਬਲਕਿ 65 ਸਿਟਿੰਗ ਸੀ ਜਿਹੜੀਆਂ ਉਹ ਹੋਈਆਂ ਸੀਗੀਆਂ, ਤੇ ਉਸ 97-98 ਤੋਂ ਮਗਰੋਂ ਤਾਂ 10, 11, 12 ਸਿਟਿੰਗ ਤੋਂ ਵੱਧ ਕਦੇ ਹੋਈਆਂ ਹੀ ਨਹੀਂ ਹੈਗੀਆਂ। 2015 ਦੇ ਵਿੱਚ ਮਹਿਜ਼ 12 ਸਿਟਿੰਗਸ ਹੋਈਆਂ ਸੀਗੀਆਂ। ਹੁਣ ਜਿਹੜਾ ਇੱਕ ਦਿਨ ਦਾ ਸੈਸ਼ਨ ਕਰ ਰਹੇ ਨੇ, ਉਹਦੇ 'ਚ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਕਿੰਨਾ ਕੰਮ ਅਸੀਂ ਕਰ ਸਕਦੇ ਹਾਂ।
ਫਰਾਈਡੇ ਦਾ ਦਿਨ ਹੈ, 20 ਕੁਐਸਚਨ ਲੱਗਣੇ ਨੇ, ਸਟਾਰਟ ਕੁਐਸਚਨ ਲੱਗਣੇ ਨੇ, 3 ਕਾਲ ਅਟੈਂਸ਼ਨ ਮੋਸ਼ਨਾਂ ਲੱਗਣੀਆਂ ਨੇ, ਬਸ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ ਹੈਗਾ। ਨਾ ਕੋਈ ਮਤਾ ਲੈ ਕੇ ਆ ਸਕਦੇ, ਪ੍ਰਾਈਵੇਟ ਮੈਂਬਰ ਮਤਾ ਲੈ ਕੇ ਆ ਸਕਦੇ ਕਿਉਂਕਿ ਉਹ ਥਰਸਡੇ ਨੂੰ ਆਉਂਦਾ, ਫਰਾਈਡੇ ਨੂੰ ਨਹੀਂ ਆਉਂਦਾ ਹੈਗਾ। ਨਾ ਹੀ ਕੋਈ ਅਸੀਂ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆ ਸਕਦੇ, ਉਹ ਵੀ ਥਰਸਡੇ ਨੂੰ ਆਉਂਦਾ। ਸਿਰਫ ਆ 23 ਸਵਾਲ ਤੇ ਕਾਲ ਅਟੈਂਸ਼ਨਾਂ ਲੱਗਣੀਆਂ ਨੇ ਤੇ ਅੱਜ ਪੰਜਾਬ ਦੇ ਮੁੱਦੇ ਇਸ ਤੋਂ ਪਹਿਲਾਂ ਤੁਸੀਂ ਸਾਰੇ ਗਣਾਈ ਚੁੱਕੇ। ਇਹ ਜਿਹੜਾ ਕਰੋਨਾ ਹੈ ਨਵਨੀਤ ਜੀ, ਕਰੋਨਾ ਤਾਂ ਸਿਰਫ ਔਰ ਸਿਰਫ ਬਹਾਨਾ ਹੈ। ਮੈਂ ਤਾਂ ਸੰਦੀਪ ਸੰਧੂ ਜੀ ਮੇਰੇ ਵੱਡੇ ਭਰਾ ਨੇ, ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਜੇ ਸਰਕਾਰ ਦੇ ਨੁਮਾਇੰਦਿਆਂ ਨੂੰ ਜਾਂ ਸੀਐਮ ਸਾਹਿਬ ਨੂੰ, ਜਿਨ੍ਹਾਂ ਨੇ ਕੈਬਨਿਟ ਵਿੱਚ ਇਹ ਫੈਸਲਾ ਕੀਤਾ ਕਿ 1 ਦਿਨ ਦਾ ਸੈਸ਼ਨ ਹੋਊਗਾ, ਅਸੀਂ ਆਮ ਆਦਮੀ ਪਾਰਟੀ ਵੱਲੋਂ ਮਤਾ ਪਾ ਕੇ ਦੇ ਦਿੰਦੇ ਆ ਕਿ ਜੇ ਮੁੱਖ ਮੰਤਰੀ ਸਾਹਿਬ ਨੂੰ, ਚਲੋ ਉਮਰ ਦਰਾਜ਼ ਨੇ, ਜੇ ਉਹਨਾਂ ਨੂੰ ਇੰਨਾ ਡਰ ਲੱਗਦਾ ਹੈ, ਉਹ ਆਪਦੇ ਫਾਰਮ ਹਾਊਸ ਦੇ ਉੱਪਰ ਬੈਠ ਕੇ ਵਰਚੁਅਲ ਸੈਸ਼ਨ ਦੀ ਪ੍ਰੋਸੀਡਿੰਗ ਦੇ ਵਿੱਚ ਪਾਰਟਿਸਿਪੇਟ ਕਰ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਤੇ ਜਿੱਥੇ ਤੱਕ ਸਾਡਾ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਸਵਾਲ ਹੈ, ਅਸੀਂ ਤੁਹਾਨੂੰ ਔਨ ਓਥ ਐਫੀਡੇਵਿਟ ਲਿਖ ਕੇ ਦੇ ਦਿੰਦੇ ਆ ਕਿ ਜੇ ਸਾਨੂੰ ਕਿਸੇ ਨੂੰ ਕੁਝ ਹੋ ਗਿਆ ਤਾਂ ਅਸੀਂ ਆਪ ਜ਼ਿੰਮੇਵਾਰ ਹੋਵਾਂਗੇ, ਸਰਕਾਰ ਦੀ ਜ਼ਿੰਮੇਵਾਰੀ ਕੋਈ ਨਹੀਂ ਹੋਊਗੀ। ਹੁਣ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਇੱਥੇ ਸਾਰੀ ਐਕਟੀਵਿਟੀਜ਼ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ, ਬਾਜ਼ਾਰ ਨੇ ਜਿਹੜੇ ਖੁੱਲੇ ਪਏ ਨੇ, ਸਰਕਾਰ ਦੀਆਂ ਨਲਾਇਕ ਨੀਤੀਆਂ ਕਰਕੇ ਥਾਂ ਦੇ ਉੱਪਰ ਧਰਨੇ ਮੁਜ਼ਾਹਰੇ ਪ੍ਰੋਟੈਸਟ ਹੋ ਰਹੇ ਨੇ, ਸਾਰਾ ਕੁਝ ਹੋ ਰਿਹਾ ਹੈ, ਸਰਕਾਰੀ ਫੰਕਸ਼ਨ ਵੀ ਹੋ ਰਹੇ ਨੇ, ਪੋਲੀਟੀਕਲ ਫੰਕਸ਼ਨ ਕਾਂਗਰਸ ਪਾਰਟੀ ਦੇ ਆਪਦੇ ਨੁਮਾਇੰਦੇ ਕਰ ਰਹੇ ਨੇ। ਇੱਕ ਮੰਤਰੀ ਸਾਹਿਬ ਸਕੂਲ ਦੇ ਵਿੱਚ ਕਰੋਨਾ ਪੋਜ਼ਿਟਿਵ ਹੋਣ ਦੇ ਬਾਵਜੂਦ ਵੀ ਚਲੇ ਜਾਂਦੇ ਨੇ, ਉਹ ਸਾਰਾ ਕੁਝ ਜਾਇਜ਼ ਹੈ। ਪਰ ਜਿੱਥੇ ਪੰਜਾਬ ਦੇ ਲੋਕਾਂ ਦੇ ਮਸਲਿਆਂ ਦੀ ਗੱਲ ਹੋਵੇ, ਉੱਥੇ ਸਰਕਾਰ ਨੂੰ ਲਕਵਾ ਮਾਰ ਦਿੰਦੇ, ਸਰਕਾਰ ਨੂੰ ਕਰੋਨਾ ਨਾਂ ਦੀ ਬਿਮਾਰੀ ਹੋ ਜਾਂਦੀ ਹੈ। ਮੇਰੇ ਕਹਿਣ ਦਾ ਮਤਲਬ ਸਿਰਫ ਔਰ ਸਿਰਫ ਇੰਨਾ ਕਿ ਇਹ, ਔਰ ਇਹਦੇ ਚ ਨਵਨੀਤ ਜੀ ਪਤਾ ਕੀ ਹੈ, ਹੁਣ ਇਸ਼ੂ ਕੀ ਹੈ, ਮਾਈਂਡਸੈਟ ਬਣ ਚੁੱਕਿਆ। ਆਹੀ ਕਾਂਗਰਸ ਦੇ ਲੋਕ ਨੇ ਜਿਹੜੇ ਇਹ ਤੁਸੀਂ ਦਿੱਲੀ ਜਾ ਕੇ ਪਾਰਲੀਮੈਂਟ ਦੇ ਵਿੱਚ ਕਹਿੰਦੇ ਨੇ, ਰੌਲਾ ਪਾਉਂਦੇ ਨੇ, ਪਾਰਲੀਮੈਂਟ ਦੀਆਂ ਸਿਟਿੰਗਸ ਜਿਹੜੀਆਂ ਉਹ ਪੰਜਾਬ ਵਿਧਾਨ ਸਭਾ ਨਾਲੋਂ 4 ਗੁਣੇ ਜਾਂ 5 ਗੁਣੇ ਜ਼ਿਆਦਾ ਹੁੰਦੀਆਂ ਨੇ, ਉੱਥੇ ਜਾ ਕੇ ਕਹਿੰਦੇ ਨੇ ਸਿਟਿੰਗਸ ਵਧਾਓ, ਪਰ ਇੱਥੇ ਕਰਨੀਆਂ ਨਹੀਂ ਹੈਗੀਆਂ। ਔਰ ਮਾਈਂਡਸੈਟ ਇਹਨਾਂ ਪੋਲੀਟੀਕਲ ਪਾਰਟੀਆਂ ਦਾ ਇਹ ਬਣ ਚੁੱਕਿਆ ਕਿ ਕਿਉਂਕਿ ਲੋਕਾਂ ਦੇ ਮੁੱਦਿਆਂ ਤੋਂ ਡਰਦੇ ਨੇ, ਭੱਜਦੇ ਨੇ, ਕਿਉਂਕਿ ਬੁਰੀ ਤਰ੍ਹਾਂ ਨਾਕਾਮਯਾਬ ਹੋ ਚੁੱਕੇ, ਬੁਰੀ ਤਰ੍ਹਾਂ ਫੇਲ ਹੋ ਚੁੱਕੇ। ਮੈਂ ਸੀਐਮ ਸਾਹਿਬ ਦੀ ਕਿੰਨੀ ਇਹਨਾਂ ਪਾਰਲੀਮੈਂਟ ਨੂੰ ਜਾਂ ਵਿਧਾਨ ਸਭਾ ਨੂੰ ਉਹ ਕਿੰਨੀ ਅਹਿਮੀਅਤ ਦਿੰਦੇ ਨੇ, ਮੈਂ ਇਹਦੀ ਇੱਕ ਐਗਜ਼ਾਮਪਲ ਦੱਸ ਦਿੰਦਾ। ਜਦੋਂ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੇ ਸੀਐਮ ਸਾਹਿਬ ਨੂੰ, ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਨੂੰ ਪਾਰਲੀਮੈਂਟ ਮੈਂਬਰ ਬਣਾ ਕੇ ਭੇਜਤਾ, 2-2.5 ਸਾਲ ਉਹ ਉੱਥੇ ਰਹੇ ਤੇ 2-2.5 ਸਾਲਾਂ ਦੇ ਵਿੱਚ ਉਹਨਾਂ ਦੀ ਹਾਜ਼ਰੀ ਪਤਾ ਪਾਰਲੀਮੈਂਟ ਦੇ ਵਿੱਚ ਕਿੰਨੀ ਸੀਗੀ? ਪੰਜਾਬ ਤੋਂ ਗਏ ਹੋਣ, ਅੰਮ੍ਰਿਤਸਰ ਦੀ ਧਰਤੀ ਤੋਂ ਗਏ ਹੋਣ ਤੇ ਮਹਿਜ਼ 1% ਹਾਜ਼ਰੀ ਸੀ ਇਹਨਾਂ ਦੀ ਪਾਰਲੀਮੈਂਟ ਦੇ ਵਿੱਚ। ਇਹਦਾ ਮਤਲਬ ਕਿ ਇਹਨਾਂ ਨੂੰ ਇਸ ਇੰਸਟੀਟਿਊਸ਼ਨ ਦੀ, ਚਾਹੇ ਉਹ ਲੋਕ ਸਭਾ, ਚਾਹੇ ਉਹ ਵਿਧਾਨ ਸਭਾ ਤੇ ਚਾਹੇ ਲੋਕਤੰਤਰ ਦੇ ਲੋਕ ਨੇ, ਉਹਨਾਂ ਦੀ ਵੈਲਿਊ ਹੀ ਕੋਈ ਨਹੀਂ ਹੈਗੀ। ਉਹਨਾਂ ਨੂੰ ਸਿਰਫ ਔਰ ਸਿਰਫ ਨਹੀਂ, ਪਰ ਅਮਨ ਜੀ ਇਸ ਤੋਂ ਵੀ ਵੱਡਾ ਇੱਕ ਸਵਾਲ ਹੈ। ਦੇਖੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਵੈਲਿਊ ਕਿੰਨੀ ਕੁ ਹੈ, ਉਹਦਾ ਜਵਾਬ ਸ਼ਾਇਦ ਲੋਕ ਦੇਣਗੇ ਵੀ ਔਰ ਲੋਕਾਂ ਨੂੰ ਸਾਰਾ ਕੁਝ ਸਮਝ ਆਉਂਦਾ। ਪਰ ਮੇਰਾ ਇੱਕ ਚੀਜ਼ ਹੋਰ ਇੱਥੇ ਚਰਚਾ ਦਾ ਵਿਸ਼ਾ ਜਿਹੜਾ ਹੈਗਾ ਕਿ ਆਖਿਰਕਾਰ ਹੋ ਕਿਉਂ ਰਿਹਾ। ਖਹਿਰਾ ਸਾਹਿਬ, ਤੁਹਾਡੀ ਸਰਕਾਰ ਵੇਲੇ ਲਗਾਤਾਰ ਮੈਂ ਜਿਸ ਤਰ੍ਹਾਂ ਉਹ ਤੁਹਾਡੀ ਸਰਕਾਰ ਦੇ ਅਖੀਰਲੇ ਸੈਸ਼ਨ ਦਾ ਜ਼ਿਕਰ ਕਰ ਰਿਹਾ ਕਿ ਪੂਰੀ ਰਾਤ ਉੱਥੇ ਕਾਂਗਰਸੀ ਐਮਐਲਏ ਰਹੇ, ਕਈਆਂ ਦੀਆਂ ਸਵੇਰੇ ਅਖਬਾਰਾਂ 'ਚ ਫੋਟੋਆਂ ਟੂਥਬ੍ਰਸ਼ ਕਰਦੀ ਦੀਆਂ ਆਈਆਂ, ਕਈ ਉੱਥੇ ਸੁੱਤੇ ਪਏ ਸੀ, ਕਈ ਰੋਟੀ ਵੀ ਰਾਤੀ ਉੱਥੇ ਖਾ ਰਹੇ ਸੀ। ਪਰ ਮੈਂ ਉਹੀ ਕਹਿਣਾ ਚਾਹ ਰਿਹਾ ਕਿ ਅੱਜ ਹਾਲਾਤ ਇੰਨੇ ਕੁ ਬਦਲ ਗਏ ਕਿ ਇੱਕ ਦਿਨ ਦੇ ਸੈਸ਼ਨ ਨੂੰ ਲੈ ਕੇ ਕੋਈ ਆਵਾਜ਼ ਨਹੀਂ, ਕੋਈ ਚੀਕ ਪੁਕਾਰ ਨਹੀਂ, ਕੋਈ ਕਿਸੇ ਤਰੀਕੇ ਦਾ ਸਵਾਲ ਨਹੀਂ। ਦੇਖੋ, ਜਿਹੜੀ ਅੱਜ ਦੀ ਗੱਲ ਆਪਾਂ ਜਿਹੜੀ ਇੱਕ ਦਿਨ ਦੇ ਸੈਸ਼ਨ ਦੀ ਕਰਦੇ ਆ, ਉਹਦੇ ਵਿੱਚ ਠੀਕ ਹੈ, ਪਹਿਲਾਂ ਪਰਿਸਥਿਤੀਆਂ ਕੀ ਰਹੀਆਂ ਹੋਣਗੀਆਂ ਜਾਂ ਕੀ ਨਹੀਂ ਰਹੀਆਂ ਹੋਣਗੀਆਂ, ਪਰ ਘੱਟੋ ਘੱਟ ਅੱਜ ਜਿਹੜਾ ਹੈਗਾ ਇਹ ਸੋਚਣ ਦੀ ਲੋੜ ਸੀ ਵੀ ਅੱਜ ਇੱਕ ਤਾਂ ਮਹਾਮਾਰੀ ਉੱਪਰੋਂ ਇੰਨੀ ਚੱਲ ਰਹੀ ਹੈ ਵੀ ਹਰ ਇੱਕ ਬੰਦਾ ਘਰ ਦੇ ਵਿੱਚ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਜਿਹੜਾ ਉਹ ਬੜਾ ਡਰ ਦੇ ਮਾਹੌਲ ਦੇ ਵਿੱਚ ਨੇ। ਤੇ ਦੂਜੇ ਨੰਬਰ ਤੇ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਅੱਜ ਹੋਰ ਬਾਕੀ ਸਾਰੀਆਂ ਚੀਜ਼ਾਂ ਛੱਡ ਕੇ ਜੋ ਪੰਜਾਬ ਦੇ ਹਾਲਾਤ ਨੇ, ਜੇ ਇਸ ਬਿਮਾਰੀ ਨੂੰ ਲੈ ਕੇ ਦੇਖ ਲੈਂਦੇ ਤਾਂ ਥੋੜਾ ਸਰਕਾਰ ਨੂੰ ਸੰਜੀਦਾ ਹੋਣਾ ਚਾਹੀਦਾ ਸੀ। ਜੇ ਕੋਈ ਪੁਰਾਣੀ ਪਰੰਪਰਾ ਉਹਦੇ ਵਿੱਚ ਚਾਹੇ ਕੋਈ ਵੀ ਪਈ ਹੋਵੇ, ਉਹਨੂੰ ਅੱਜ ਇਹ ਸਰਕਾਰ ਨੂੰ ਆਪ ਪਹਿਲ ਕਦਮੀ ਕਰਕੇ ਕਰੋਨਾ ਦੇ ਉੱਤੇ ਜਾਂ ਜਿਹੜੇ ਹੋਰ ਇਸ਼ੂਜ਼ ਨੇ, ਅੱਜ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ, ਲਾਅ ਐਂਡ ਆਰਡਰ ਨਾਂ ਦੀ ਚੀਜ਼ ਕੋਈ ਨਹੀਂ ਹੈ, ਸਕਾਲਰਸ਼ਿਪ ਲਈ ਜਿਹੜਾ ਬੱਚੇ ਤਰਸਦੇ ਨੇ, ਉਹਦੇ ਬਾਅਦ ਨੀਲੇ ਕਾਰਡ ਲੋਕਾਂ ਦੇ ਕੱਟੇ ਹੋਏ ਨੇ, ਥਾਂ ਧਰਨੇ ਮੁਜ਼ਾਹਰੇ, ਇੰਪਲਾਈ, ਕੋਈ ਇਦਾਂ ਦਾ ਡਿਪਾਰਟਮੈਂਟ ਜਾਂ ਇਦਾਂ ਦਾ ਕੋਈ ਵਰਕਰ ਜਾਂ ਇਦਾਂ ਦਾ ਕੋਈ ਹੈ ਹੀ ਨਹੀਂ ਜਿਹੜਾ ਰਾਹਤ ਮਹਿਸੂਸ ਕਰਦਾ ਹੋਵੇ। ਉਹਦੇ ਲਈ ਸਰਕਾਰ ਨੂੰ ਸੰਜੀਦਾ ਹੋਣਾ ਚਾਹੀਦਾ ਸੀ। ਪਰ ਸੋਚਣ ਦੀ ਗੱਲ ਇਹ ਵੀ ਹੈ ਵੀ ਸੀਐਮ ਸਾਹਿਬ ਨੇ, ਉਹ ਤਾਂ ਪਹਿਲਾਂ ਵੀ ਤੁਸੀਂ ਪੁਰਾਣੀ ਡਿਟੇਲ ਕਢਾ ਲਓ, ਚਾਹੇ ਜਦੋਂ ਪਹਿਲਾਂ ਵੀ ਐਮਐਲਏ, ਉਹ ਤਾਂ ਆਪ ਪਤਾ ਨਹੀਂ ਕੀ ਮਤਲਬ ਉਹ ਸੋਚਦੇ ਨੇ। ਪਵਿੱਤਰ ਸਦਨ ਜ਼ਰੂਰ ਸਾਰੇ ਆਪਾਂ ਕਹਿੰਦੇ ਵੀ ਆ, ਪਵਿੱਤਰ ਸਦਨ ਹੈ ਵੀ ਹੈ ਕਿ ਉੱਥੋਂ ਜਿਹੜਾ ਪੰਜਾਬ ਦੇ ਲੋਕਾਂ ਦੀ ਤਕਦੀਰ ਲਿਖੀ ਜਾਣੀ ਹੈ, ਲੋਕਾਂ ਨੂੰ ਰਾਹਤ ਮਿਲਣੀ ਹੈ, ਲੋਕ ਆਸ ਵੀ ਰੱਖਦੇ ਨੇ
ਪਰ ਸੀਐਮ ਸਾਹਿਬ ਆਪ ਖੁਦ ਨਹੀਂ ਉੱਥੇ ਜਾ ਕੇ ਜਿਹੜਾ ਕੁਛ ਨੇ, ਜਿੱਦਾਂ ਅਰੋੜਾ ਸਾਹਿਬ ਨੇ ਕਿਹਾ ਬਿਲਕੁਲ ਠੀਕ ਹੈ, ਅੱਜ ਜਿਹੜੇ ਪੱਖ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਜਿਹੜੀ ਬਹਿਸ ਹੋਣੀ ਚਾਹੀਦੀ ਹੈ, ਉਹਦੇ ਲਈ ਸਮਾਂ ਜਿਹੜਾ ਹੋਣਾ ਚਾਹੀਦਾ। ਜੇ ਸੀਐਮ ਸਾਹਿਬ ਨਹੀਂ ਆਉਣਾ ਚਾਹੁੰਦੇ ਨੇ ਤਾਂ ਘੱਟੋ ਘੱਟ ਉਦਾਂ ਦਾ ਕੋਈ ਨਾ ਕੋਈ ਢੰਗ ਤਰੀਕਾ ਹੋ ਜਾਏ, ਘੱਟੋ ਘੱਟ ਬਹਿਸ ਤਾਂ ਹੋਵੇ, ਮੁੱਦੇ ਜਿਹੜੇ ਨੇ ਉਹਨਾਂ ਦਾ ਕੋਈ ਨਾ ਕੋਈ ਰਿਲੀਫ ਤਾਂ ਮਿਲੇ। ਫਿਰ ਇਹ ਕਾਂਗਰਸ ਵਾਲਿਆਂ ਨੂੰ ਡਰਨਾ ਨਹੀਂ ਚਾਹੀਦਾ, ਕਿਉਂਕਿ ਉਹੀ ਵਿਧਾਨ ਸਭਾ ਦਾ ਸੈਸ਼ਨ ਹੈ, ਸਾਰਿਆਂ ਨੂੰ ਕਹਿ ਰਹੇ ਕਰੋਨਾ ਕਰਕੇ ਹਾਲਾਤ। ਖਹਿਰਾ ਖਹਿਰਾ ਸਾਹਿਬ ਤੁਸੀਂ ਕਿਹੜੇ ਡਰ ਦੀ ਗੱਲ ਕਹਿ ਰਹੇ ਹੋ? ਉਹ ਤੇ ਕਹਿੰਦੇ ਕਰੋਨਾ ਕਰਕੇ, ਇਸ ਕਰਕੇ ਤੁਹਾਡੀ ਸੇਫਟੀ ਲਈ ਤੁਸੀਂ ਵੀ ਐਮਐਲਏ ਹੋ, ਤੁਸੀਂ ਵੀ ਜਾਣਾ ਹੈ, ਇਸ ਕਰਕੇ ਇੱਕ ਦਿਨ ਦਾ ਸੱਦਿਆ, ਇਸੇ ਕਰਕੇ ਕੈਬਨਿਟ ਨੇ ਫੈਸਲਾ ਲਿਆ। ਬਾਕੀ ਐਡਵਾਈਜ਼ਰੀ ਕਮੇਟੀ ਤੁਸੀਂ ਕਹਿ ਦਿਓ ਬਿਜ਼ਨਸ ਕਿੰਨਾ ਕੁ ਹੈ, ਉਹ ਹੋ ਜਾਏਗੀ ਗੱਲ। ਤੇ ਫਿਰ ਜਿਹੜੇ ਕਾਂਗਰਸ ਦੇ ਐਮਐਲਏਜ਼ ਨੇ ਜਾਂ ਜਿਹੜੇ ਕਾਂਗਰਸ ਦੇ ਮੰਤਰੀ ਨੇ, ਫਿਰ ਉਹ ਇਕੱਠਾਂ 'ਚ ਕਿਉਂ ਜਾਂਦੇ ਨੇ ਜੀ? ਫਲੋਰ ਇੱਥੇ ਜਲੰਧਰ ਦੇ ਵਿੱਚ ਇਕੱਠ ਹੋਇਆ, ਉੱਥੇ ਐਮਪੀ ਵੀ ਗਏ ਨੇ, ਵਜ਼ੀਰ ਵੀ ਗਏ ਨੇ, ਉਹਨਾਂ ਦੇ ਵਿੱਚੋਂ ਕਰੋਨਾ ਪੋਜ਼ਿਟਿਵ ਵੀ ਨਿਕਲੇ ਨੇ। ਫਿਰ ਜਾਂ ਤਾਂ ਉਹਨਾਂ ਦੇ ਉੱਪਰ ਵੀ ਪਾਬੰਦੀ ਲੱਗੇ। ਆਮ ਲੋਕ ਜੇਕਰ ਕੋਈ ਇੱਕ ਬੰਦਾ 3 ਜਣੇ ਜਾਂ 2 ਜਣੇ ਕਿਤੇ ਗੱਡੀ ਜਾਂਦੇ ਨੇ, ਉਹਨਾਂ ਤੇ ਪਾਬੰਦੀ ਹੈ। 52 ਸੀਟਾਂ ਵਾਲੀ ਬੱਸ ਤੇ ਕੋਈ ਪਾਬੰਦੀ ਨਹੀਂ ਹੈ। ਇਹਦੇ ਲਈ ਇਹ ਸਰਕਾਰ ਜਿਹੜੇ ਫੈਸਲੇ, ਸਵੇਰੇ ਫੈਸਲਾ ਕੁਝ ਹੋਰ ਹੁੰਦਾ ਹੈ, ਸ਼ਾਮ ਨੂੰ ਕੁਝ ਹੋਰ ਹੋ ਜਾਂਦਾ ਹੈ। ਇਹ ਇੱਕ ਤਰਫਾ ਜਿਹੜਾ ਹੈਗਾ ਵੀ ਜੇ ਸਰਕਾਰ ਦੇ ਵਿੱਚ ਜਿਹੜੇ ਰਹਿੰਦੇ ਨੇ ਜਾਂ ਨੁਮਾਇੰਦੇ ਨੇ, ਨਹੀਂ ਡਰ ਜਿਹੜੀ ਖਹਿਰਾ ਸਾਹਿਬ ਤੁਸੀਂ ਡਰ ਦੀ ਗੱਲ ਕਰ ਰਹੇ ਸੀ, ਡਰ ਕਿਹੜੀ ਚੀਜ਼ ਦਾ ਸਰਕਾਰ ਨੂੰ ਡਰ ਕਿਸ ਚੀਜ਼ ਦਾ? ਸਰਕਾਰ ਨੂੰ ਡਰ ਇਸ ਚੀਜ਼ ਦਾ ਵੀ ਲੋਕ ਪੁੱਛਦੇ ਨੇ ਵੀ ਸੀਐਮ ਸਾਹਿਬ ਜਵਾਬ ਦਿਓ ਵੀ ਟੁੱਟੀਆਂ ਸੜਕਾਂ ਕਦੋਂ ਬਣਨਗੀਆਂ, ਜਿਹੜੀ ਤੁਸੀਂ ਪੈਨਸ਼ਨ 70,000 ਬੰਦੇ ਦੀ ਕੱਟਤੀ। ਸੀਐਮ ਸਾਹਿਬ ਹਰ ਸ਼ਨੀਵਾਰ ਸ਼ਾਮੀ ਲਾਈਵ ਆ ਕੇ ਦਿੰਦੇ ਨੇ, ਕਈ ਵਾਰੀ ਹੁਣ ਸ਼ੁੱਕਰਵਾਰ ਨੂੰ ਆ ਰਹੇ ਨੇ, ਉਹ ਤੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਨੇ, ਫਿਰ ਕਾਹਦਾ ਡਰ? ਕਿੱਦਾਂ ਦੁਬਾਰਾ ਦੱਸਿਓ? ਖਹਿਰਾ ਸਾਹਿਬ ਸੀਐਮ ਸਾਹਿਬ ਤੇ ਆਉਂਦੇ ਨੇ ਹਰ ਵੀਕਐਂਡ ਤੇ ਲਾਈਵ, ਉਹ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਨੇ, ਔਰ ਪੰਜਾਬ ਦੇ ਲੋਕ ਹੀ ਸਵਾਲ ਕਰਦੇ ਨੇ। ਕੁਝ ਕਰਦੇ ਨੇ ਜੀ ਉਹ ਫੋਨ। ਤੁਸੀਂ ਇੱਕ ਦੱਸੋ, ਸੀਐਮ ਸਾਹਿਬ ਦਾ ਕਿਸੇ ਨੂੰ ਫੋਨ ਜਾਵੇ, ਕਿਸੇ EMPLOYE ਨੇ ਮਰਨਾ ਜੀ ਕਹੇਗਾ ਕਿ ਸਾਰਾ ਕੁਝ ਠੀਕ ਨਹੀਂ ਚੱਲਦਾ? ਉਹ ਤਾਂ ਕਹੂਗਾ ਬਿਲਕੁਲ ਠੀਕ ਹੈ ਜੀ। ਠੀਕ ਹੈ ਅਮਨ ਜੀ ਤੁਸੀਂ ਕੁਝ ਰਿਐਕਟ ਕਰਨਾ ਚਾਹ ਰਹੇ ਹੋ, ਫਿਰ ਮੈਂ ਕਾਲੀਆ ਸਾਹਿਬ ਕੋਲ ਜਾ ਰਿਹਾ। ਉੱਥੇ ਵੀ ਕਹਿ ਕੇ ਆਏ ਨੇ ਕਿ ਸਰਕਾਰੀ ਨੌਕਰੀ ਮਿਲਣੀ ਹੈ, ਆ ਉਸ ਤੋਂ ਬਾਅਦ ਵਿੱਚ ਜਿਹੜਾ ਹੈਗਾ 15 ਅਗਸਤ ਨੂੰ ਉਹਨਾਂ ਦਾ ਤੁਸੀਂ ਭਾਸ਼ਣ ਸੁਣ ਲਓ, ਉਹਦੇ ਵਿੱਚ ਟੋਟਲ ਨਾ ਕਰ ਗਏ ਨੇ ਜੀ। ਹਾਂ, ਇਹ ਤਾਂ ਸਮਝ ਹੀ ਨਹੀਂ ਆਉਂਦੀ। ਅਮਨ ਜੀ ਕੁਝ ਕਹਿਣਾ ਚਾਹ ਰਹੇ, ਫਿਰ ਮੈਂ ਆ ਰਿਹਾ ਕਾਲੀਆ ਸਾਹਿਬ, ਆ ਰਿਹਾ ਖਹਿਰਾ ਸਾਹਿਬ, ਆ ਰਿਹਾ ਅਮਨ ਜੀ। ਦੇਖੋ ਨਵਨੀਤ ਜੀ, ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਤੁਸੀਂ ਕਹਿ ਰਹੇ ਹੋ ਕਿ ਸੀਐਮ ਸਾਹਿਬ ਹਰੇਕ ਫਰਾਈਡੇ ਤੇ ਸੈਟਰਡੇ ਨੂੰ ਮੋਬਾਈਲ ਫੋਨ ਦੇ ਉੱਪਰ ਪ੍ਰਗਟ ਹੁੰਦੇ ਨੇ। ਮੈਂ ਤਾਂ ਕਹਿੰਦਾ ਜਨਾਬ ਮਿਹਰਬਾਨੀ ਕਰੋ ਪੰਜਾਬ ਦੇ ਉੱਪਰ, ਨਾਲੇ ਸਾਡੀ ਬੇਨਤੀ ਪ੍ਰਵਾਨ ਕਰੋ, ਸੈਸ਼ਨ ਵਾਲੇ ਦਿਨਾਂ ਦੇ ਵਿੱਚ ਵੀ ਫੋਨ ਤੇ ਪ੍ਰਗਟ ਹੋ ਜਾਇਆ ਕਰੋ। ਕੋਈ ਦਿੱਕਤ ਨਹੀਂ ਹੈ ਕਿ ਅਸੀਂ ਤੁਹਾਡੇ ਬਿਨਾਂ ਵੀ ਵਿਧਾਨ ਸਭਾ ਦੇ ਵਿੱਚ ਸਾਰ ਲਾਂਗੇ। ਸਾਨੂੰ ਜਿਹੜੇ ਸਵਾਲ ਨੇ, ਸਾਨੂੰ ਜਿਹੜੇ ਆਪਦੇ ਹਲਕਿਆਂ ਦੇ ਮਸਲੇ ਨੇ, ਔਰ ਉਸ ਤੋਂ ਵੀ ਉੱਪਰ ਦੀ ਜਿਹੜੇ ਪੰਜਾਬ ਦੇ ਭੱਖ ਦੇ ਮੁੱਦੇ ਨੇ, ਅੱਜ ਉਹਨਾਂ ਦੇ ਉੱਪਰ ਡਿਸਕਸ਼ਨ ਕਰ ਲੈਂਦੇ, ਸੈਸ਼ਨ ਨੂੰ ਵਧਾ ਲੈਣਾ ਚਾਹੀਦਾ ਹੈ। ਹੁਣ ਜਿੱਥੇ ਤੱਕ ਗੱਲ ਰਹੀ, ਹੁਣ ਨਵਨੀਤ ਜੀ ਤੁਸੀਂ ਇਹਨੂੰ ਪ੍ਰੈਕਟੀਕਲੀ ਸਮਝੋ, ਇਹ ਸਿਰਫ ਔਰ ਸਿਰਫ ਬਹਾਨਾ ਹੈ। ਉਹ ਕਿਉਂ? ਕਿਉਂਕਿ ਜਦੋਂ ਇਹ ਵਿਧਾਨ ਸਭਾ ਬਣੀ ਸੀਗੀ, ਜਿਹੜਾ ਹਾਊਸ ਬਣਿਆ ਹੋਇਆ ਵਿਧਾਨ ਸਭਾ ਦਾ, ਉਹ ਜੁਆਇੰਟ ਪੰਜਾਬ ਵਾਸਤੇ ਬਣਿਆ ਹੋਇਆ ਹੈ। ਤੁਸੀਂ ਕਦੇ ਉੱਥੇ ਆ ਕੇ ਦੇਖ ਲਿਓ, ਉੱਥੇ ਅੱਜ ਵੀ ਤਕਰੀਬਨ 35-40 ਸੀਟਾਂ ਨੇ ਜਿਹੜੀਆਂ ਉਹ ਖਾਲੀ ਪਈਆਂ ਰਹਿੰਦੀਆਂ ਨੇ। ਕੋਈ ਐਮਐਲਏ ਨੂੰ ਉੱਥੇ ਬਿਠਾਉਣ ਦੇ ਵਿੱਚ, ਜੇ ਇੱਕ ਬੈਂਚ ਦੇ ਉੱਪਰ ਤੁਸੀਂ 2 ਦੀ ਬਜਾਏ 1 ਨੂੰ ਵੀ ਬਿਠਾ ਦੋਗੇ ਤਾਂ ਵੀ ਸੋਸ਼ਲ ਡਿਸਟੈਂਸਿੰਗ ਹੈ ਬੜੇ ਆਰਾਮ ਦੇ ਨਾਲ ਹੋ ਸਕਦੀ ਹੈ। ਉਸ ਤੋਂ ਇਲਾਵਾ ਮੈਂ ਸਪੀਕਰ ਸਾਹਿਬ ਨੂੰ ਇੱਕ ਬੇਨਤੀ ਕਰਕੇ ਵੀ ਆਇਆ ਸੀਗਾ, ਮੈਂ ਕਿਹਾ ਸਰ ਸੈਸ਼ਨ ਲੰਬਾ ਰੱਖ ਲਿਓ, ਜੇ ਤੁਹਾਨੂੰ ਨੰਬਰ 1 ਤਾਂ ਸੋਸ਼ਲ ਡਿਸਟੈਂਸਿੰਗ ਦੇ ਉੱਤੇ ਦਿੱਕਤ ਕੋਈ ਨਹੀਂ, ਨੰਬਰ 1 ਨੰਬਰ 2 ਜੇ ਤੁਹਾਨੂੰ ਦਿੱਕਤ ਲੱਗਦੀ ਹੈ ਤਾਂ ਤੁਸੀਂ ਆਲਟਰਨੇਟ ਡੇਜ਼ ਤੇ ਕਰ ਲਓ ਵੀ 117 ਨੇ, 60 ਨੂੰ ਅੱਜ ਬੁਲਾ ਲਓ, 60 ਨੂੰ ਕੱਲ ਨੂੰ ਬੁਲਾ ਲਓ, ਅਗਲੇ 60 ਨੂੰ ਫਿਰ ਪਰਸੋਂ ਬੁਲਾ ਲਿਓ, ਫਿਰ ਉਸ ਤੋਂ ਅਗਲੇ ਦਿਨ ਕਰ ਲਓ। ਤੁਸੀਂ 50% ਕਰਕੇ। ਚਲੋ ਮੈਂ ਸਮਝ ਗਿਆ ਅਮਨ ਜੀ ਮੈਂ ਆ ਰਿਹਾ, ਮੈਂ ਫਿਰ ਤੋਂ ਆ ਰਿਹਾ, 1 ਮਿੰਟ ਦਿਓ ਬਸ। ਮਸਲਾ ਤਾਂ ਲੋਕਾਂ ਦੇ ਮੁੱਦੇ ਡਿਸਕਸ ਸਮਝ ਕਰਨਾ ਗਿਆ। ਦੇਖੋ ਸਜੈਸ਼ਨ ਸਾਰੇ ਆ ਗਏ ਅਮਨ ਜੀ, ਸਜੈਸ਼ਨ ਸਾਰੇ ਆ ਗਏ ਨੇ, ਸੁਝਾਅ ਸਾਰੇ ਆ ਗਏ ਨੇ, ਪਰ ਸਵਾਲ ਹੈ ਕਿ ਕਰਨਾ ਨਹੀਂ ਕਰਨਾ ਉਹ ਸਰਕਾਰ ਨੇ ਤੈਅ ਕਰਨਾ ਹੈ। ਕਾਲੀਆ ਸਾਹਿਬ ਮੇਰਾ ਇੱਕ ਬੜਾ ਸਵਾਲ ਹੈ, ਔਰ ਮੈਨੂੰ ਲੱਗਦਾ ਕਿ ਤੁਸੀਂ ਉਹਦਾ ਬਿਹਤਰ ਜਵਾਬ ਦੇ ਸਕਦੇ ਹੋ। ਜਲੰਧਰ ਤੋਂ ਚੰਡੀਗੜ੍ਹ ਆਓ, ਸੈਸ਼ਨ ਦੇ ਵਿੱਚ ਪਾਰਟਿਸਿਪੇਟ ਕਰੋ, ਤੁਸੀਂ ਕਰਦੇ ਰਹੇ ਹੋ ਲਗਾਤਾਰ, ਰਾਤੀ ਚੱਲੋ ਪਹੁੰਚੋ, ਸਵੇਰੇ ਸੈਸ਼ਨ ਅਟੈਂਡ ਕਰੋ, ਸ਼ਾਮੀ ਵਾਪਸ ਆ ਜਾਓ। ਪੰਜਾਬ ਦੇ ਲੋਕ ਜਾਂ ਤੁਹਾਡੇ ਆਪ ਦੇ ਹਲਕੇ ਦੇ ਲੋਕ ਜਾਂ ਕਿਸੇ ਹੋਰ ਐਮਐਲਏ ਦੇ ਹਲਕੇ ਦੇ ਲੋਕ ਕੀ ਪੁੱਛਣਗੇ ਜੀ, ਇੱਕ ਦਿਨ 'ਚ ਕਿਹੜੇ ਸਵਾਲ ਕਰਕੇ ਆਏ ਹੋ, ਤੁਹਾਡੀ ਸੜਕਾਂ ਦਾ ਮਸਲਾ ਕਿੰਨਾ ਹੱਲ ਹੋਇਆ, ਪਾਣੀ ਦਾ ਮਸਲਾ ਕਿੰਨਾ ਹੱਲ ਹੋਇਆ, ਜਾਂ ਹੋਰ ਵੀ ਕਈ ਮਸਲੇ ਨੇ, ਉਹਨਾਂ ਤੇ ਇੱਕ ਦਿਨ 'ਚ ਕਿੰਨਾ ਕੁ ਪੰਜਾਬ ਦੇ 117 ਐਮਐਲਏ ਆਪਣੇ ਸਵਾਲ ਕਰ ਲੈਣਗੇ? ਨਵਨੀਤ ਜੀ ਪਹਿਲਾਂ ਤਾਂ ਮੈਂ ਜਿਹੜਾ ਆਪਣੇ ਸੰਧੂ ਸਾਹਿਬ ਨੇ ਗੱਲ ਕਹੀ ਹੈ ਕਿ ਜੀ ਇਲੈਕਟ੍ਰੋਨਿਕ ਚੈਨਲ ਤੇ ਡਿਸਕਸ਼ਨਸ ਹੁੰਦੀ ਹੈ, ਇਹਨਾਂ ਨੂੰ ਤੁਸੀਂ ਵਿਧਾਨ ਸਭਾ ਦੀ ਡਿਸਕਸ਼ਨ ਨਾਲ ਕੰਪੇਅਰ ਨਹੀਂ ਕਰ ਸਕਦੇ, ਕਿਉਂਕਿ ਉੱਥੇ ਸਰਕਾਰ ਦੇ ਸਾਹਮਣੇ ਸਵਾਲ ਕੀਤੇ ਜਾਣੇ ਆ ਔਰ ਸਰਕਾਰ ਨੇ ਜਵਾਬ ਦੇਣੇ ਆ। ਸੋ ਉਸ ਨਾਤੇ ਜਿਹੜੇ ਫਲੋਰ ਆਫ ਦਾ ਹਾਊਸ ਦੇ ਉੱਤੇ ਡਿਸਕਸ਼ਨ ਹੁੰਦੀ ਹੈ ਜਾਂ ਨਿਰਣੇ ਹੁੰਦੇ ਆ, ਉਹ ਸਰਕਾਰ ਨੂੰ ਮਾਨੇ ਹੁੰਦੇ ਆ।
ਸਾਡੀ ਡਿਸਕਸ਼ਨ ਜਿਹੜੀ ਹੈਗੀ ਅਸੀਂ ਜੋ ਕਰਦੇ ਹਾਂ ਇਹ ਸਿਰਫ ਡਿਸਕਸ਼ਨ ਫॉर द ਸੇਕ ਆਫ ਡਿਸਕਸ਼ਨ ਹੈ, ਲੋਕਾਂ ਤੱਕ ਇੱਕ ਓਪੀਨੀਅਨ ਬਣਾਉਣ ਦੀ ਲਈ ਹੈ। ਲੇਕਿਨ ਉੱਥੇ ਜਿਹੜਾ ਨਿਰਣੇ ਹੁੰਦਾ ਉਹ ਸਰਕਾਰ ਲਾਗੂ ਹੁੰਦੀ ਹੈ, ਗਵਰਨਮੈਂਟ ਲਾਗੂ ਕਰਦੀ ਹੈ। ਸੋ ਇਸ ਲਈ ਸੰਧੂ ਸਾਹਿਬ ਦਾ ਇਹ ਕਹਿਣਾ ਕਿ ਜੀ ਕਿ ਇੱਥੇ ਡਿਸਕਸ਼ਨ ਹੋ ਜਾਂਦੀ ਹੈ ਇਸ ਲਈ ਉੱਥੇ ਕੋਈ ਲੋੜ ਨਹੀਂ ਹੈ, ਸਰਾਸਰ ਗਲਤ ਹੈਗਾ। ਦੂਸਰੀ ਗੱਲ, ਜੇ ਤੁਸੀਂ ਕਹਿੰਦੇ ਆ ਇਹ ਐਕਸਟਰਾ ਆਰਡੀਨਰੀ ਸਿਚੁਏਸ਼ਨ ਹੈਗੀ ਹੈ ਕਰੋਨਾ ਦੀ, ਤੇ ਜਦੋਂ ਆਮ ਹਾਲਾਤ ਹੁੰਦੇ ਆ ਤੇ ਸਰਕਾਰ ਕਹਿੰਦੀ ਹੈ ਜੀ ਕਿ ਜੀ ਸਾਡੇ ਕੋਲ ਬਿਜ਼ਨਸ ਨਹੀਂ ਹੈ। ਹੁਣ ਸਵਾਲ ਇਹ ਐਕਸਟਰਾ ਆਰਡੀਨਰੀ ਹਾਲਾਤ ਹੈ, ਜੇ ਹੁਣ ਕਰੋਨਾ ਦੀ ਗੱਲ ਹੈ, ਹੁਣ ਤੁਹਾਡੇ ਗੁਆਂਢੀ ਪ੍ਰਦੇਸ਼ ਹਰਿਆਣਾ ਨੇ ਸਪੀਕਰ, ਉਹਨਾਂ ਦੇ ਵਿਧਾਨ ਸਭਾ, ਹਰਿਆਣਾ ਵਿਧਾਨ ਸਭਾ ਸਪੀਕਰ ਨੇ ਆਰਡਰਸ ਕੀਤੇ ਹੈ ਕਿ ਵੀ ਪਹਿਲਾਂ ਸਾਰੇ ਵਿਧਾਇਕ ਜਿਹੜੇ ਹੈ ਉਹ ਕਰੋਨਾ ਦਾ ਟੈਸਟ ਕਰਵਾਉਣ, ਨੈਗੇਟਿਵ ਹੋਏਗਾ ਫਿਰ ਉਹਨੂੰ ਐਂਟਰੀ ਕੀਤੀ ਜਾਣੀ ਚਾਹੀਦੀ ਹੈ। ਕਿਆ ਇਦਾਂ ਦਾ ਫੈਸਲਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨਹੀਂ ਕਰ ਸਕਦੇ ਕਿ ਵੀ ਸਾਰਿਆਂ ਦਾ ਟੈਸਟ ਹੋ ਜਾਏ ਤੇ ਉਹ ਦਿੱਕਤ ਕੋਈ ਨਾ ਹੋਵੇ? ਦੂਸਰੀ ਗੱਲ, ਜਿਹੜੀ ਸਪੈਕਟੇਟਰਸ ਗੈਲਰੀ ਹੈ ਉਹ ਜੇ ਪਾਰਲੀਮੈਂਟ ਦੀ ਯੂਜ਼ ਹੋ ਸਕਦੀ ਹੈ ਤੇ ਇੱਥੇ ਵੀ ਯੂਜ਼ ਹੋ ਸਕਦੀ ਹੈ। ਸੋ ਇਸ ਲਈ ਡਿਸਕਸ਼ਨ ਫਿਰ ਹੈਗਾ ਕਿ ਐਕਸਟਰਾਆਰਡੀਨਰੀ ਸਿਚੁਏਸ਼ਨ ਹੈਗੀ ਹੈ। ਹੁਣ ਅੱਜ ਸੀਐਮ ਸਾਹਿਬ ਪਾਣੀ ਦਾ ਮਸਲੇ ਲਈ ਡਿਸਕਸ਼ਨ ਕੀਤੀ, ਕਿਆ ਤੁਸੀਂ ਜ਼ਰੂਰੀ ਨਹੀਂ ਸਮਝਦੇ ਕਿ ਪੰਜਾਬ ਦੇ ਪਾਣੀਆਂ ਲਈ ਜਿਹੜਾ ਹੈਗਾ ਸਾਰੀਆਂ ਪਾਰਟੀਆਂ ਦੀ ਇੱਕ ਰਾਏ ਹੋਣੀ ਚਾਹੀਦੀ ਹੈਗੀ ਹੈ? ਕਿਆ ਤੁਸੀਂ ਇਹ ਜ਼ਰੂਰੀ ਨਹੀਂ ਸਮਝਦੇ ਕਿ ਜਿਹੜਾ ਕਰੋਨਾ ਮਹਾਮਾਰੀ ਹੈ ਕਿਸ ਢੰਗ ਨਾਲ ਡੀਲ ਕੀਤਾ ਗਿਆ, ਦੀਆਂ ਕਮੀਆਂ ਪੇਸ਼ੀਆਂ ਜੋ ਹੈਗੀਆਂ, ਕਿਉਂਕਿ ਇਹ ਆਪਦਾ ਤਾਂ ਉਹਦੇ ਵਿੱਚ ਅਸੀਂ ਦੂਸਰੀ ਪਾਰਟੀਆਂ ਦੇ ਕੰਟਰੀਬਿਊਸ਼ਨ ਲੈ ਕੇ ਅਸੀਂ ਆਪਣੀ ਵਰਕਿੰਗ ਨੂੰ ਸੁਧਾਰ ਨਹੀਂ ਸਕਦੇ। ਫਿਰ ਤੀਸਰੀ ਗੱਲ ਕਿ ਕੈਪਟਨ ਸਾਹਿਬ ਨੇ ਖੁਦ ਮੰਨਿਆ ਕਿ ਜ਼ਹਿਰੀਲੀ ਸ਼ਰਾਬ ਦਾ ਜਿਹੜਾ ਇਹ ਕਤਲ ਹੋਇਆ, ਜੇ ਕਤਲ ਹੋਇਆ ਤੇ ਕਤਲ ਦੇ ਉੱਤੇ ਜਿਹੜੇ ਸੀਐਮ ਸਾਹਿਬ ਗੱਲ ਕਹਿ ਰਹੇ ਆ ਉਹਦੇ ਉੱਤੇ ਡਿਸਕਸ਼ਨ ਜ਼ਰੂਰੀ ਨਹੀਂ ਹੈ। ਫਿਰ ਜੇ ਅਸੀਂ ਕਹੀਏ ਕਿ ਵੀ ਚਾਹੇ ਤੁਸੀਂ ਹੁਣ ਇਲੀਗਲ ਡਿਸਟਿਲਰੀਆਂ ਦੀ ਗੱਲ ਹੈਗੀ ਹੈ ਕਿ ਵੀ ਜਿਹੜਾ ਗੁਟਕਾ ਸਾਹਿਬ ਫੜ ਕੇ ਕਸਮ ਖਾਦੀ ਸੀ 4 ਹਫ਼ਤਿਆਂ 'ਚ ਅਸੀਂ ਨਸ਼ਾ ਖਤਮ ਕਰਾਂਗੇ, ਅੱਜ 3.5 ਸਾਲਾਂ ਦੇ ਵਿੱਚ ਜੋ ਹਾਲਾਤ ਹੈ ਕਿ ਵੀ ਇਲੀਗਲ ਡਿਸਟਿਲਰੀਜ਼ ਮਿਲ ਰਹੀਆਂ ਔਰ ਜਿਹੜਾ ਹੈਗਾ ਕਿ ਰੈਵਨਿਊ ਲਾਸ ਹੋਇਆ। ਫਿਰ ਇਹ ਹੈਗਾ ਕਿ ਵੀ ਸਾਰੀ ਜਿੰਨੀ ਸਪਿਰਿਟ ਹੈ ਸਾਰੀ ਰੈਗੂਲੇਟਡ ਹੈ, ਕੋਈ ਬਿਨਾ ਪਰਮਿਟ ਤੋਂ ਨਹੀਂ ਜਾ ਸਕਦੀ। ਸੋ ਉਸ ਨਾਤੇ ਜਿਹੜਾ ਹੈਗਾ ਇਹ ਡਿਸਕਸ਼ਨ ਜ਼ਰੂਰੀ ਨਹੀਂ ਹੈ ਕਿ ਵੀ ਇਹ ਅਫਸਰ ਕਿਹੜੇ ਕਿਹੜੇ ਜ਼ਿੰਮੇਵਾਰ ਹੈਗੇ ਆ, ਕਿਉਂਕਿ ਸਿੱਧੀ ਜ਼ਿੰਮੇਵਾਰੀ ਕੈਪਟਨ ਸਾਹਿਬ ਤੇ ਉੱਪਰ ਜਾਂਦੀ ਹੈ ਬਤੌਰ ਮਿਨਿਸਟਰੀ ਇੰਚਾਰਜ ਜਿਹੜੇ ਹੈਗੇ ਮੁੱਖ ਮੰਤਰੀ ਕੋਲ ਮਹਿਕਮੇ ਹੈਗੇ ਆ। ਫਿਰ ਇਹ ਹੈਗਾ ਕਿ ਜਿਹੜੇ 125 ਬੰਦੇ ਮਰੇ ਆ, ਕਤਲ ਕਹਿੰਦੇ ਹੋ ਤੁਸੀਂ, ਉਹ 125 ਬੰਦੇ ਨਹੀਂ ਆ, ਪਰਿਵਾਰ ਉਜੜੇ ਆ। ਤਾਂ ਉਹਦੇ ਉੱਤੇ ਅਸੀਂ ਅੱਗੇ ਜਿਹੜਾ ਹੈਗਾ ਪ੍ਰਬੰਧ ਹੋਰ ਕਰ ਸਕੀਏ ਕਿ ਜਿਹਦੇ ਨਾਲ ਅੱਗੇ ਤੋਂ ਦੁਬਾਰਾ ਇਹ ਵਾਕਿਆਤ ਨਾ ਹੋਵੇ। ਫਿਰ ਹੈਗਾ ਰਾਸ਼ਨ ਦਾ ਕਪਲਾ, 25 ਲੱਖ ਜਿਹੜੇ ਆਪਣੇ ਇਹਨਾਂ ਨੇ ਰਾਸ਼ਨ ਦੇ ਜਿਹੜੇ ਪੈਕਟ ਵੰਡੇ ਆ ਉਹਨਾਂ ਚੋਂ 10 ਲੱਖ ਦਾ ਹਿਸਾਬ ਹੀ ਕੋਈ ਨਹੀਂ ਹੈਗਾ। ਹੁਣ ਇਹ ਜ਼ਰੂਰੀ ਨਹੀਂ ਹੈ ਕਿ ਆਪਣੇ ਵੰਡੇ ਹੋਏ ਪੰਜਾਬ ਸਰਕਾਰ ਦੇ ਉਹਦੇ 'ਚ 10 ਲੱਖ ਪੈਕਟਾਂ ਦਾ ਹਿਸਾਬ ਨਹੀਂ ਹੈ ਤੇ ਅੰਨ ਦਾ ਜਿਹੜਾ ਕੇਂਦਰ ਨੇ ਭੇਜਿਆ ਉਹ ਅਨਾਜ ਤਾਂ ਵੱਖਰੀ ਗੱਲ ਹੈ ਕਿ ਪ੍ਰੋਪਰ ਵੰਡਿਆ ਨਹੀਂ ਗਿਆ, ਗਰੀਬਾਂ ਨੂੰ ਨਹੀਂ ਵੰਡਿਆ ਗਿਆ। ਇੰਨੇ ਮਸਲੇ ਹੈਗੇ ਆ। ਫਿਰ ਹੈਗਾ ਕਿ ਵੀ ਜਦੋਂ ਤੁਸੀਂ ਦੇਖੋ 26 ਤਰੀਕ ਨੂੰ ਹਰਿਆਣਾ ਵਿਧਾਨ ਸਭਾ ਨੇ ਸੈਸ਼ਨ ਬੁਲਾਇਆ, ਉਹਨਾਂ ਨੇ ਕੀਤਾ ਕਿ 26 ਦਾ ਕਾਲ ਕੀਤਾ, ਕਹਿੰਦੇ ਕਦੋਂ ਤੱਕ ਚੱਲੇਗਾ ਇਹ ਬਿਜ਼ਨਸ ਐਡਵਾਈਜ਼ਰੀ ਕਮੇਟੀ ਡਿਸਾਈਡ ਕਰੇਗੀ। ਤੇ ਤੁਸੀਂ ਵੀ ਕਰ ਸਕਦੇ ਸੀਗੇ ਕਿ ਵੀ ਅਸੀਂ ਸਿਰਫ 2 ਸਿਟਿੰਗਸ ਖਤਮ ਕਰਨ ਦੀ ਬਜਾਏ ਤੁਸੀਂ ਇਹ ਕਹਿੰਦੇ ਜੀ ਅਸੀਂ ਕਦੋਂ ਤੱਕ ਚੱਲੇਗਾ, ਇਹ ਬਿਜ਼ਨਸ ਐਡਵਾਈਜ਼ਰੀ ਕਮੇਟੀ ਜਿਹੜੀ ਹੈਗੀ ਹੈ ਡਿਸਕਸ਼ਨ ਜਿਹੜੀ ਹੈਗੀ ਡਿਸਾਈਡ ਕਰੇਗੀ ਕਦੋਂ ਤੱਕ ਚੱਲੇਗੀ। ਸੋ ਇਸ ਲਈ ਇਹ ਸਾਰੇ ਜਿੰਨੇ ਬਰਨਿੰਗ ਇਸ਼ੂ ਹੈ ਮੈਂ ਤਾਂ ਕਹਾਂਗਾ ਸਿਰਫ ਇੱਕ ਕਨਸਟੀਟਿਊਸ਼ਨਲ ਜਿਹੜੀ ਹੈਗੀ ਫਾਰਮੈਲਿਟੀ ਪੂਰੀ ਕੀਤੀ ਜਾ ਰਹੀ ਹੈ। ਔਰ ਜਿਹੜਾ ਹੈਗਾ ਕਿ ਵੀ ਆਪਣੇ ਜਿਹੜੀ ਗੱਲ ਤੁਸੀਂ ਵੀ ਕਹਿਤੀ ਨਾ ਮਜਬੂਰੀਆਂ ਜ਼ਰੂਰੀ, ਮੈਂ ਉਸੇ ਤੇ ਆ ਰਿਹਾ। ਪਿਆਰੇਲਾਲ ਗਰਗ ਜੀ, ਮੈਂ ਚਲੋ ਲਗਭਗ 15-16 ਸਾਲ ਤੋਂ ਤੇ ਮੈਂ ਵੇਖ ਹੀ ਰਿਹਾ ਵਿਧਾਨ ਸਭਾ ਨੂੰ ਜਿਸ ਤਰੀਕੇ ਨਾਲ ਚੀਜ਼ਾਂ ਹੋ ਰਹੀਆਂ ਨੇ, ਹਾਲਾਤ ਸਾਰੇ ਪਤਾ ਨੇ ਕਿ ਜਿੰਨੀਆਂ ਸਿਟਿੰਗਾਂ ਪਹਿਲਾਂ ਇੱਕ ਸੈਸ਼ਨ 'ਚ ਹੁੰਦੀਆਂ ਸੀ ਅੱਜ ਪੂਰੇ ਸਾਲ 'ਚ ਨਹੀਂ ਹੋ ਰਹੀਆਂ। ਮੈਨੂੰ ਥੋੜਾ ਪਿੱਛੇ ਜੇ ਜਾਵਾਂ, ਦਰਬਾਰਾ ਸਿੰਘ ਹੋਰਾਂ ਦੀ ਸਰਕਾਰ ਸੀ, ਉਦੋਂ 35 ਦਿਨ ਦਾ ਇੱਕ ਸੈਸ਼ਨ ਸੱਦਿਆ ਗਿਆ ਸੀ। ਉਦੋਂ ਇੰਨੀ ਆਲੋਚਨਾ ਹੋਈ ਕਿ ਕਹਿ ਦਿੱਤਾ ਗਿਆ ਕਿ ਜੀ ਕਿੱਥੇ ਰਹੇ ਅਸੀਂ ਕਿ ਜੀ 35 ਦਿਨ ਦਾ ਸੈਸ਼ਨ, ਇੰਨਾ ਛੋਟਾ ਸੈਸ਼ਨ। ਅੱਜ ਤੇ ਪੂਰੇ ਸਾਲ 'ਚ 35 ਦਿਨ ਦੀ ਸਿਟਿੰਗ ਨਹੀਂ ਹੁੰਦੀਆਂ। ਸੋ ਮੇਰਾ ਸਵਾਲ ਇਹ ਹੈ ਕਿ ਅਸੀਂ ਜਾ ਕਿੱਥੇ ਰਹੇ ਹਾਂ? ਦੇਖੋ ਗੱਲ ਇਹ ਹੈ ਵੀ ਅੱਜ ਅਸੀਂ ਕੰਦਾ ਕਰੋਨਾ ਦੇ ਤਿੰਨੇ ਪੋਲੀਟੀਕਲ ਪਾਰਟੀਆਂ ਬੈਠੀਆਂ ਨੇ। ਪਿਛਲੇ ਸਾਲ ਕਿਹਾ ਸੀ ਸਾਡੇ ਕੋਲ ਕੰਮ ਹੀ ਕੋਈ ਨਹੀਂ ਹੈ, ਪੜ੍ਹ ਕੇ ਦੇਖ ਲਓ ਪ੍ਰੋਸੀਡਿੰਗ। ਉਦੋਂ ਵੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਨੇ ਫੈਸਲਾ ਕਰਿਆ ਸੀ। ਆ ਜਿਹੜਾ ਦੂਜਾ ਸੁਜੈਸ਼ਨ ਹੈ ਵੀ ਬਿਜ਼ਨਸ ਕਰਿਆ ਤੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਨਹੀਂ ਹੈ, ਚਾਹੇ ਇੱਕ ਦਿਨ ਦਾ ਚਾਹੇ ਮੈਜੋਰਟੀ ਨਾ ਮੈਜੋਰਟੀ ਉਹਦੀ ਗੱਲ ਹੀ ਛੱਡੋ, ਫੈਸਲਾ ਬਿਜ਼ਨਸ ਐਡਵਾਈਜ਼ਰੀ ਕਮੇਟੀ 'ਚ ਹੁੰਦਾ ਕਿ ਕਿਵੇਂ ਹੁੰਦਾ। ਉਹਦੇ ਠੀਕ ਹੈ ਵੀ ਆਪੋਜੀਸ਼ਨ ਦਾ ਇੱਕੋ ਬੰਦਾ ਹੈ, ਉਹਦੀ ਨਹੀਂ ਸੁਣੀ ਜਾਏਗੀ, ਉਹ ਸਾਡੇ ਸਾਰੇ ਤੰਤਰ 'ਚ ਫੇਲਿਅਰ ਹੈ। ਦੂਜੀ ਗੱਲ ਜਿਹੜੀ ਵੱਡੀ ਗੱਲ ਹੈ, ਇਹ ਗੱਲ ਜਿਹੜੀ ਸਾਡੇ ਸਿਆਸਤਦਾਨ ਦੇ ਮਨ 'ਚ ਆ ਗਈ, ਜਿਹੜੀ ਕੈਪਟਨ ਸੰਦੀਪ ਸੰਧੂ ਨੇ ਕਹੀ ਹੈ ਕਿ ਜੀ ਸੈਸ਼ਨ ਦੀ ਕੀ ਲੋੜ ਹੈ, ਟੀਵੀ 'ਤੇ ਡਿਸਕਸ਼ਨ ਹੋ ਜਾਂਦੀ ਹੈ। ਮੈਂ ਕਹਾਂਗਾ ਇਹ ਤੋਹੀਨ ਹੈ, ਇਹ ਸਭ ਤੋਂ ਵੱਡੀ ਤੋਹੀਨ ਹੈ ਹਿੰਦੁਸਤਾਨ ਦੇ ਲੋਕਤੰਤਰ ਦੀ, ਪੰਜਾਬ ਦੇ ਲੋਕਤੰਤਰ ਦੀ, ਪੰਜਾਬ ਦੀ ਵਿਧਾਨ ਸਭਾ ਦੀ। ਵਿਧਾਨ ਸਭਾ ਨੂੰ ਤੁਸੀਂ ਟੀਵੀ ਡਿਸਕਸ਼ਨ ਨਾਲ ਰਲਾਤਾ, ਹੱਦ ਹੈ। ਇੱਕ ਗੱਲ ਉਹਦੇ ਕਾਨੂੰਨੀ ਪੱਖ 'ਚ ਨਹੀਂ ਮੈਂ ਜਾਵਾਂਗਾ, ਵਿਧਾਨ ਸਭਾ ਟੀਵੀ ਡਿਸਕਸ਼ਨ ਦੇ ਬਰਾਬਰ ਸਾਰੇ ਐਮਐਲਏ ਬੈਠ ਕੇ ਟੀਵੀ ਡਿਸਕਸ਼ਨ ਕਰਨ ਤਾਂ ਵੀ ਵਿਧਾਨ ਸਭਾ ਹੈ।
ਪਤਾ ਨਹੀਂ ਕਿੱਥੋਂ ਦੀ ਅਸੀਂ ਸੋਚ ਲਿਆਂਦੀ ਹੈ। ਪਰ ਇਹ ਸੋਚ ਜਿਹੜੀ ਹੈ, ਹੁਣ ਇੱਥੇ ਜਿੰਨੇ ਸਵਾਲ ਆਏ ਨੇ, ਕੋਈ ਕਹਿੰਦਾ ਜੀ ਮੋਦੀ ਸਾਹਿਬ ਨੇ ਤਾਂ ਪੈਕਟ ਭੇਜਤੇ ਸੀ, ਇਹਨਾਂ ਨੇ ਵੰਡੇ ਨਹੀਂ। ਮੋਦੀ ਸਾਹਿਬ ਨੇ ਪੈਕਟ ਜਿਹੜੇ ਭੇਜੇ ਸੀ ਉਹ ਕਹਿੰਦੇ ਸਾਨੂੰ ਦਾਲ ਨਹੀਂ ਨਾਲ ਦਿੱਤੀ। ਇੱਥੇ ਇੱਕ ਕੇਂਦਰ ਦੀ ਵਜ਼ੀਰ ਹੈ, ਇੱਕ ਇਹ ਨੇ, ਉਹ ਕਹਿੰਦੇ ਤੁਸੀਂ ਵੰਡੇ ਨਹੀਂ, ਉਹ ਕਹਿੰਦੇ ਸਾਨੂੰ ਦਾਲ ਨਹੀਂ ਮਿਲੀ। ਲੋਕਾਂ ਨੂੰ ਤਾਂ ਪੈਕਟ ਫਿਰ ਵੀ ਨਹੀਂ ਮਿਲੇ, ਉਹ ਆਪਸ ਵਿੱਚ ਲੜ ਰਹੇ ਨੇ। ਮੁੱਦਿਆਂ ਦੀ ਗੱਲ ਕਰ ਲਈਏ, ਮੈਂ ਜਦ ਦੀਆਂ ਤੁਸੀਂ ਗੱਲਾਂ ਕਰਦੇ ਹੋ ਉਦੋਂ ਤੋਂ ਹੀ ਦੇਖਦਾ ਆਇਆ ਸੈਸ਼ਨ। ਇਹਦੇ ਵਿੱਚ ਆ ਜਿਹੜੇ ਮੁੱਦੇ ਨੇ ਵੀ ਸ਼ਰਾਬ ਨਾਲ ਮਰ ਗਏ ਜੀ, ਫਲਾਣਾ ਹੋ ਗਿਆ, ਇਹ ਕਾਲ ਟੈਨਸ਼ਨ ਮੋਸ਼ਨ ਹੀ ਹੁੰਦੀ ਸੀ। ਮੁੱਦੇ ਤਾਂ ਹੋਰ ਨੇ, ਮੁੱਦਾ ਤਾਂ ਇੱਕ ਵੀ ਡਿਸਕਸ ਨਹੀਂ ਹੋ ਰਿਹਾ। ਜਦ ਕੋਵਿਡ ਨਹੀਂ ਸੀ ਕਿੱਦਾਂ ਡਿਸਕਸ਼ਨ ਹੋਈ ਹੈ ਪਰ ਨਸ਼ੇ ਖਤਮ ਕਿਵੇਂ ਕਰੀਏ ਪੰਜਾਬ ਚੋਂ। 117 MLA ਨੇ, ਇੱਕ ਦੂਜੀਆਂ ਪਾਰਟੀਆਂ ਇੱਕ ਦੂਜੇ ਦੇ ਗਲ ਪੈਂਦੀਆਂ ਨੇ, ਤੁਸੀਂ ਆਹ ਨਹੀਂ ਕਰਿਆ, ਤੁਸੀਂ ਸਹੁੰ ਖਾਧੀ ਸੀ, ਉਹ ਕਹਿੰਦੇ ਤੁਸੀਂ ਨਸ਼ੇ ਫੜਾਏ ਨੇ, ਉਹ ਕਹਿੰਦੇ ਤੁਹਾਡੇ ਵਪਾਰੀ ਨੇ। ਇਹ ਕਦੇ ਸੋਚਿਆ ਵੀ ਇਹ ਸਾਰਾ ਕੁਝ ਹੈਗੀ ਆ, ਉਂਝੀ ਟਾਣੀ ਹੈ। ਆਓ ਆਪਾਂ ਬੈਠ ਕੇ, ਮੈਂ ਕਿਉਂ ਕਹਿਣਾ, ਅਸੀਂ ਡਾਕਟਰ ਇੱਕ ਟ੍ਰੀਟਮੈਂਟ ਪਲੈਨਿੰਗ ਕਰਦੇ ਹਾਂ। ਜਿਹੜਾ ਮਰੀਜ਼ ਸਾਨੂੰ ਸਮਝ ਨਾ ਆਵੇ PGI ਦੇ ਵਿੱਚ, ਅਸੀਂ ਸਾਰੇ ਵਿਭਾਗਾਂ ਨੂੰ ਬੁਲਾ ਲੈਂਦੇ ਵੀ ਯਾਰ ਆਹ ਮਰੀਜ਼ ਪਿਆ, ਆਹ ਹਾਲਤ ਹੈ, ਤੁਸੀਂ ਦੱਸੋ ਕੀ ਕਰਨਾ ਇਹਦਾ। ਜੇ ਕੋਈ ਕਹਿੰਦਾ CT ਸਕੈਨ ਕਰੋ, ਉਹਦੀ CT ਸਕੈਨ ਆਲਾ ਜੇ ਰਾਇ ਕਰਨ ਦਾ ਵੀ ਇਹਦੀ CT ਸਕੈਨ ਕਰਾ ਕੇ ਮੈਂ ਦੱਸ ਸਕਦਾ, ਉਹ ਨਾਲ ਦੀ ਕੋਈ ਡੇਟ ਨਹੀਂ ਲੈਣੀ ਸੀ, ਉਹਦਾ ਮੁਫਤ CT ਸਕੈਨ ਹੋ ਜਾਂਦਾ ਸੀ ਉਸੇ ਵਕਤ। ਸੋ ਇਹ 117 MLA ਕਦੇ ਇਹਨਾਂ ਨੇ ਇਹ ਰਾਏ ਦਿੱਤੀ ਆ ਜਾਂ ਪਾਰਟੀਆਂ ਦੇ ਇਹਨਾਂ ਦੇ ਲੀਡਰਾਂ ਨੇ ਕਿ ਜੀ ਆਪਾਂ ਜਿੰਨੀ ਮਰਜ਼ੀ ਇੱਕ ਦੂਜੇ ਨਾਲ ਪੋਲੀਟੀਕਲ ਕਰੀ ਜਾਈਏ ਜੋ ਕਰਨਾ ਹੈ, ਪਰ ਪੰਜਾਬ ਦੀ ਬੇਰੁਜ਼ਗਾਰੀ ਤੇ, ਪੰਜਾਬ ਦੀ ਕਿਸਾਨੀ ਤੇ, ਪੰਜਾਬ ਦੇ ਨਸ਼ਿਆਂ ਦੇ ਉੱਤੇ, ਪੰਜਾਬ ਦੇ ਪਾਣੀਆਂ ਦੇ ਉੱਤੇ, ਪੰਜਾਬ ਦੀ ਹਵਾ ਖਰਾਬ ਹੋ ਰਹੀ ਹੈ, ਪੰਜਾਬ ਦੀ ਐਜੂਕੇਸ਼ਨ ਖਰਾਬ ਹੋ ਰਹੀ ਹੈ, ਪੰਜਾਬ ਦੀ ਹੈਲਥ ਖਰਾਬ ਹੋ ਰਹੀ ਹੈ, ਪੰਜਾਬ ਦੀ এনवायरमेंट ਖਰਾਬ ਹੋ ਰਹੀ ਹੈ, ਪੰਜਾਬ 'ਚ ਔਰਤਾਂ ਦੀ ਇੱਜ਼ਤ ਨਹੀਂ ਬਚ ਰਹੀ। ਜਿਹੜੀ ਮਰਜ਼ੀ ਪਾਰਟੀ ਦਾ ਰਾਜ ਹੋਵੇ, ਇਹ ਹੁਣ ਜੋ ਮਰਜ਼ੀ ਕਹਿਣ, ਪਿਛਲੀਆਂ ਵੀ ਕੱਢ ਲਓ, ਕਾਂਗਰਸ ਦੀਆਂ ਕੱਢ ਲਓ, ਇਹਨਾਂ ਦੀਆਂ ਕੱਢ ਲਓ, ਦੋਵਾਂ ਪਾਰਟੀਆਂ ਨੇ ਰਾਜ ਕਰਿਆ, ਜਿੱਦੇ ਮਰਜ਼ੀ ਕੱਢ ਲਓ। ਸੋ ਜਦ ਤੁਸੀਂ 117 ਬੰਦਿਆਂ ਨੇ ਬੈਠ ਕੇ ਚਰਚਾ ਹੀ ਨਹੀਂ ਕਰਨੀ, ਗ੍ਰਾਮ ਸਭਾਵਾਂ ਕਿਉਂ ਨਹੀਂ ਹੁੰਦੀਆਂ, ਲੋਕ ਆਪਣੇ ਫੈਸਲੇ ਆਪੇ ਕਿਉਂ ਨਹੀਂ ਕਰਦੇ, ਇੰਨੀ ਚੋਰੀ, ਹੇਰਾ ਫੇਰੀ, ਠੱਗੀ, ਜਿਹੜਾ ਸਰਕਾਰੀ ਤੰਤਰ ਜ਼ਿੰਮੇਵਾਰ ਕਿਉਂ ਨਹੀਂ ਹੈ। ਜਿੱਥੇ ਵੀ ਜਾਓ ਤੁਸੀਂ ਕਿਸੇ ਦਫ਼ਤਰ 'ਚ, ਨਾ ਉਹ ਅਕਾਲੀ ਸਰਕਾਰ ਵੇਲੇ ਜ਼ਿੰਮੇਵਾਰ ਸੀ, ਨਾ ਉਹ ਅੱਜ ਜ਼ਿੰਮੇਵਾਰ ਹੈ। ਇਹ ਗੱਲਾਂ ਦੀ ਚਰਚਾ ਕਰਨ ਦੀ ਲੋੜ ਹੈ ਸੰਜੀਦਗੀ ਨਾਲ, ਵੀ ਆਪਾਂ ਇਹ ਜੋ ਹੱਲ ਲੱਭੀਏ। ਇਹ ਨਹੀਂ ਵੀ ਤੂੰ ਨਹੀਂ ਕਰਿਆ, ਉਹ ਨਹੀਂ ਕਰਿਆ, ਫਲਾਣਾ ਨਹੀਂ, ਤੂੰ ਮਾੜਾ ਮੈਂ ਮਾੜਾ, ਇਹ ਹੱਲ ਨਹੀਂ ਹੈ। 117 ਸਿਆਣੇ ਬੰਦੇ ਚੁਣ ਕੇ ਭੇਜੇ ਨੇ, ਜ਼ਿੰਮੇਵਾਰ ਬੰਦੇ ਚੁਣ ਕੇ ਭੇਜੇ ਨੇ, ਉਹ ਪਵਿੱਤਰ ਸਾਧਨ ਹੈ, ਉੱਥੇ ਬੈਠ ਕੇ ਚਰਚਾ ਕਰ ਸਕਦੇ ਸੀ। ਇੱਕ ਗੱਲ ਉਹ ਨਹੀਂ ਕਰਦੇ। ਇਹ ਸਾਧਨ ਜੇ 50 ਦਿਨ ਦਾ ਵੀ ਕਰਨ ਤਾਂ ਵੀ ਇਹਨਾਂ ਮੁੱਦੇ ਤੇ ਚਰਚਾ ਨਹੀਂ ਹੋਣੀ। ਇੱਕ ਦੂਜੇ ਦੀ ਆਪਾਂ ਨੂੰ ਪਤਾ ਹੀ ਹੈ ਜੋ ਹੋਇਆ ਸੀ, ਮੈਂ ਉਸ 'ਚ ਜਾਵਾਂਗਾ ਨਹੀਂ, ਕਿਉਂਕਿ ਸਦਨ ਦਾ ਆਪਦੀ ਹੈ ਗਰਿਮਾ ਆਪ ਹੀ ਰੱਖਣੀ ਹੁੰਦੀ ਹੈ। ਉਹ ਨਹੀਂ ਰੱਖਦੇ ਤਾਂ ਵੱਖਰੀ ਗੱਲ ਹੈ, ਕਿਵੇਂ ਕੱਢੇ ਜਾਂਦੇ ਜੋ ਵੀ ਹੁੰਦਾ। ਦੂਜਾ ਪਾਰਟ ਇਹ ਹੈ ਜਿਹੜੇ ਇਹਨਾਂ ਨੇ ਇੱਕ ਦਿਨ ਦਾ ਵੀ ਕਿਹਾ, ਇਹਨਾਂ ਨੇ ਸਿੱਧਾ ਹੀ ਕਹਿਤਾ ਵੀ ਇਹ ਟੈਕਨੀਕਲਿਟੀ ਅਸੀਂ ਤਾਂ ਪੂਰੀ ਕਰ ਰਹੇ ਹਾਂ। ਇਹਦਾ ਮਤਲਬ ਇਹਨਾਂ ਨੂੰ ਸੈਸ਼ਨ ਦੀ ਲੋੜ ਨਹੀਂ ਸੀ, ਇਹ ਸਿਰਫ ਕਾਨੂੰਨੀ ਜ਼ਾਬਤਾ ਪੂਰਾ ਕਰ ਰਹੇ ਨੇ। ਇਹ ਉਦੋਂ ਵੀ ਤੋਹੀਨ ਹੈ, ਇਹ ਉਦੋਂ ਵੱਡੀ ਤੋਹੀਨ ਹੈ। ਇਹ ਕਹਿਣਾ ਕਿ ਕਿਉਂਕਿ ਕਾਨੂੰਨੀ ਜ਼ਾਬਤਾ ਮੈਂ ਤਾਂ ਬੁਲਾ ਰਿਹਾ, ਇਹ ਗਲਤ ਹੈ। ਇਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ, ਜਦ ਕਿ ਮੈਂ ਕੋਈ ਉਹ ਨਹੀਂ ਆ, ਪਰ ਮੈਨੂੰ ਲੱਗਦਾ ਹੈ ਇਹਨੂੰ ਕਹਿਣਾ ਚਾਹੀਦਾ ਸੀ ਵੀ ਹਾਲਤ ਮਾੜੇ ਨੇ, ਇਹ 'ਚ ਅਸੀਂ 1 ਜਾਂ 2 ਜਾਂ 4 ਦਿਨ ਜਾਂ 5 ਦਿਨ ਦਾ ਸੈਸ਼ਨ ਕਰਾਂਗੇ। ਅਗਲੀ ਗੱਲ ਇਹ ਕਿੱਥੇ ਹੈ ਕਿ ਅਸੀਂ ਉਹਦਾ ਆਲਟਰਨੇਟਿਵ ਤਰੀਕਾ ਨਹੀਂ ਲੱਭ ਸਕਦੇ। ਜੇ ਤੁਸੀਂ ਸੈਸ਼ਨ ਕਰਨਾ ਹੈ, ਇਹ ਠੀਕ ਹੈ, ਵਿਧਾਨ ਸਭਾ 'ਚ ਹੋਣਾ ਚਾਹੀਦਾ ਹੈ, ਸੈਸ਼ਨ ਉੱਥੇ ਹੀ ਹੁੰਦਾ ਹੈ, ਪਰ ਤੁਸੀਂ ਡਿਸਕਸ਼ਨ ਨੂੰ ਤਾਂ ਲੰਬੀ ਕਰ ਸਕਦੇ ਹੋ ਨਾ, ਵੀ ਚੰਗਾ ਤੁਸੀਂ ਨਾ ਆਇਆ ਕਰੋ, ਸੈਸ਼ਨ ਆਪਾਂ ਥੋੜਾ ਕਰ ਲਾਂਗੇ, ਪਰ ਆਪਾਂ ਇਸ ਨੂੰ ਉਂਝ ਫੈਸਲਾ ਵਾਸਤੇ, ਤੁਹਾਡੀ ਰਾਏ ਵਾਸਤੇ 1 ਮਹੀਨਾ ਲਗਾਤਾਰ ਚਲਾਵਾਂਗੇ, ਕਿਉਂਕਿ ਤੁਹਾਨੂੰ TADA ਤੁਹਾਨੂੰ ਸੈਸ਼ਨ ਦੀ ਤਰ੍ਹਾਂ ਹੀ ਦੇਵਾਂਗੇ। ਇਹ ਸਾਰਾ ਕੁਝ ਸਪੀਕਰ ਦੇ ਪਾਵਰ 'ਚ ਹੁੰਦਾ, ਇਹ 'ਚ ਕੋਈ ਖਾਸ ਗੱਲ ਨਹੀਂ। ਅਮਨ ਅਰੋੜਾ ਜੀ ਬੈਠੇ ਨੇ, ਬੜੇ ਸਿਆਣੇ ਲੀਡਰ ਨੇ, ਤੇ ਇਹਨਾਂ ਨੂੰ ਪਤਾ ਕੀ ਕਰਿਆ ਜਾ ਸਕਦਾ ਹੁੰਦਾ, ਕਿਉਂਕਿ ਫੈਸਲਾ ਕੀ ਕਰਨਾ ਹੈ। ਫੈਸਲਾ ਅੱਜ ਇਹ ਹੈ ਕਿ ਪੰਜਾਬ ਇੱਕ ਬੜੇ ਵੱਡੇ ਸੰਕਟ 'ਚ ਹੈ, ਚੁਤਰਫੇ ਸੰਕਟ 'ਚ ਹੈ। ਪੰਜਾਬ ਦੀ ਜਵਾਨੀ ਬਾਹਰ ਭੱਜ ਰਹੀ ਹੈ। ਇਹ ਚਾਹੇ ਅਰੋੜਾ ਜੀ ਦੀ ਪਾਰਟੀ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ BJP ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਕੋਈ ਹੋਰ ਹੋਵੇ। ਇਹ ਜਿਹੜਾ ਪੰਜਾਬ ਦਾ ਸੰਤਾਪ ਹੈ, ਇਹ ਐ ਨਿਕਲਣਾ ਨਹੀਂ। ਸੈਸ਼ਨ ਕਰ ਲੈਣ, ਇੱਕ ਦੂਜੇ ਨੂੰ ਨੀਵਾਂ ਦਿਖਾ ਦੇਣ, ਉੱਚਾ ਦਿਖਾ ਦੇਣ, ਇੱਕ ਦੂਜੇ ਕਹਿ ਦੇਣ ਵੀ ਅਸੀਂ ਬਹੁਤ ਚੰਗੇ ਹਾਂ, ਇਹਦੇ ਨਾਲ ਨਹੀਂ ਹੋਣਾ। ਇਹ 'ਚ ਸੀਰੀਅਸਲੀ ਸੋਚਣਾ ਪਊ। ਆਪਾਂ ਲੋਕਾਂ ਦੀ ਜਿਹੜੀ ਲੋਕਾਸ਼ਾਹੀ ਹੈ, ਜੇ ਤੱਕ ਨਹੀਂ ਪੰਜਾਬ ਇੱਕ ਇਹੋ ਜਿਹਾ ਸੂਬਾ ਰਿਹਾ ਜਿਹਨੇ ਆਜ਼ਾਦੀ ਲੈਂਦੀ, ਜਿਹਨੇ ਫੈਡਰਲ ਢਾਂਚੇ ਦੇ ਉੱਤੇ ਪੂਰਾ ਸਟੈਂਡ ਲਿਆ। ਅੱਜ ਕੀ ਕਰਨਗੇ ਇਹਨਾਂ ਨੇ? ਜੇ ਉੱਥੇ ਕਰਨਗੇ ਵੀ ਖੇਤੀ ਦਾ ਮੁੱਦਾ ਲੈਣਗੇ, ਉਹ ਕਹਿਣਗੇ ਤੁਸੀਂ ਆਰਡੀਨੈਂਸ ਤੁਹਾਡੇ ਕੇਂਦਰ ਦੀ ਸਰਕਾਰ ਨੇ ਕਰਤੇ, ਤੁਸੀਂ ਚੁੱਪ ਰਹੇ, ਤੁਸੀਂ ਕਹੀ ਜਾਂਦੇ ਕੋਈ ਨਹੀਂ MSP ਤਾਂ ਮਿਲੂਗੀ ਪਰ ਆਰਡੀਨੈਂਸ ਜ਼ਰੂਰੀ ਰਹਿਣਗੇ, ਉਹ ਇਹ ਕਹੀ ਜਾਣਗੇ। ਉਦੋਂ ਉਹ ਕਹਿਣਗੇ ਨਹੀਂ MSP ਮਿਲੇਗੀ, ਅਸੀਂ ਜ਼ਿੰਮੇਵਾਰ ਹਾਂ। ਫਿਰ ਮਸਲਾ ਤਾਂ ਫਿਰ ਨਾ ਹੱਲ ਹੋਇਆ, ਲੋਕਾਂ ਦੀ ਜ਼ਮੀਨ ਤਾਂ ਫਿਰ ਲੀਜ਼ ਤੇ ਚਲੀ ਜਾਣੀ ਹੈ। ਕਿਸਾਨ ਵੱਡੀ ਕੰਪਨੀ ਨਾਲ ਕਿੱਥੋਂ ਲੜ ਲੂਗਾ? ਸਾਨੂੰ ਪਤਾ ਹੀ ਹੈ, ਪੈਪਸੀ ਨੇ ਆਲੂ ਭਿਜਵਾਏ, ਮਿਰਚਾਂ ਭਿਜਵਾਈਆਂ, ਟਮਾਟਰ ਭਿਜਾ, ਲੋਕਾਂ ਨੇ ਨਹਿਰਾਂ ਸੁੱਟਣੇ ਪਏ ਨਾਲਿਆਂ ਦੇ ਵਿੱਚ ਕਿਉਂਕਿ ਨਹੀਂ ਖਰੀਦੇ। ਸੋ ਜਦ ਅਸੀਂ ਇੱਕ ਉੱਚੇ ਪਾਸੇ ਦੇ ਨਾਲ, ਜਦ ਅਸੀਂ ਦੋਨਾਂ ਚੀਜ਼ਾਂ ਨੂੰ ਇਹ ਦੇਖ ਕੇ ਕਿ ਪੰਜਾਬ ਇੱਕ ਸੂਬਾ ਹੈ, ਸਿਰਫ ਕੇਂਦਰ ਵੀ ਉਹਦੇ 'ਚ ਰਾਜ ਕਰਦਾ, ਕੋਵਿਡ ਦੀ ਸਿਚੁਏਸ਼ਨ ਦੀ ਗੱਲ ਕਰਦੇ ਹਾਂ,
ਪਹਿਲੇ 4 ਮਹੀਨੇ ਤੱਕ 3 ਮਹੀਨੇ ਤੱਕ ਕੇਂਦਰ ਨੇ ਇਹ ਫੈਸਲਾ ਆਪ ਕੇਂਦਰ ਕਰਦਾ ਰਿਹਾ ਹੈ ਕਿ ਬਨੂੜ ਦੇ ਵਿੱਚ ਦੁਕਾਨ ਕਿਹੜੀ ਖੁੱਲੂਗੀ ਤੇ ਮੁਹੱਲੀ 'ਚ ਕਿਹੜੀ ਖੁੱਲੂਗੀ। ਇਹ ਫੈਸਲਾ ਇਹਨਾਂ ਦੇ ਹੱਥ ਨਹੀਂ ਸੀ। ਇੱਥੋਂ ਦੇ ਮੁੱਖ ਮੰਤਰੀ ਸਾਹਿਬ ਜਾ ਕੇ ਬੇਨਤੀ ਕਰ ਰਹੇ ਨੇ ਪ੍ਰਧਾਨ ਮੰਤਰੀ ਜੀ ਨੂੰ ਕਿ ਜਨਾਬ ਆ ਜਿਹੜੇ ਤੁਸੀਂ ਨਾ ਰੈੱਡ, ਔਰੇਂਜ, ਗ੍ਰੀਨ ਏਰੀਏ ਕਹੇ ਨੇ, ਇਹ ਤੁਹਾਨੂੰ ਨਹੀਂ ਪਤਾ, ਸਾਨੂੰ ਪਤਾ, ਅਸੀਂ ਉੱਥੇ ਲੋਕ ਦੇਖਦੇ ਆ, ਤੁਸੀਂ ਸਾਨੂੰ ਇਜਾਜ਼ਤ ਦੇ ਦਿਓ ਕਿ ਅਸੀਂ ਫੈਸਲਾ ਕਰ ਲਈਏ। ਸੋ ਅਸੀਂ ਜਿਹੜੀ ਡੈਮੋਕ੍ਰੇਸੀ ਹੈ, ਜਿਹੜੀ ਡੈਮੋਕ੍ਰੇਸੀ ਦੇ ਨਾਲ ਜਿਹੜੀਆਂ ਇੰਸਟੀਟਿਊਸ਼ਨਾਂ ਅਸੀਂ ਬਣਾਈਆਂ ਸੀ, ਉਹ ਇੰਸਟੀਟਿਊਸ਼ਨਾਂ ਇਹਨਾਂ ਨੇ ਨਹੀਂ ਬਣਾਈਆਂ ਜਿਹੜੇ ਅੱਜ, ਮਾਫ ਕਰਨਾ ਮੈਂ ਸਾਰੇ ਐਮਐਲਏ ਦੀ ਇੱਜ਼ਤ ਕਰਦੇ ਹੋਏ ਕਹਿੰਦਾ, ਇਹਨਾਂ 'ਚ ਇੱਕ ਬੰਦਾ ਨਹੀਂ ਹੋ ਜਿਹੜਾ ਜੇਲ੍ਹ 'ਚ ਗਿਆ ਹੋਵੇ। ਇਹਨਾਂ ਦੇ ਹੋ ਸਕਦਾ ਕਿ ਅਰੋੜਾ ਜੀ ਬੈਠੇ ਨੇ, ਕਈਆਂ ਦੇ ਪੁਰਖੇ ਗਏ ਵੀ ਹੋਣਗੇ, ਪਰ ਕਈਆਂ ਦੇ ਤਾਂ ਬਿਲਕੁਲ ਹੀ ਨਹੀਂ ਗਏ। ਇਹ ਸਦਨ ਜਿਹੜਾ ਬਣਿਆ, ਇਹ ਜਿਹੜੀਆਂ ਸੰਸਥਾਵਾਂ ਬਣੀਆਂ ਨੇ, ਔਰ ਸਦਨ ਸਭ ਤੋਂ ਉੱਪਰ ਹੈ। ਇਹ ਸਦਨ ਜਿਹਨੂੰ ਮਰਜ਼ੀ ਸਜ਼ਾ ਦੇ ਦੇ, ਜੇ ਕੋਈ ਤੇ ਗਲਤੀ ਕਰੇ ਤੇ ਉਹਦੀ ਅਪੀਲ ਦਲੀਲ ਕੋਈ ਨਹੀਂ ਹੈ। ਐਡੀ ਵੱਡੀ ਪਾਵਰ ਹੈ ਸਦਨ ਕੋਲੇ। ਉਹ ਸਦਨ ਬਣੇ ਨੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਕਰੀਆਂ। ਅੱਜ ਅਸੀਂ ਉਸ ਦੇ ਉੱਤੇ ਕੁਰਬਾਨੀਆਂ ਤੇ ਉਹਨਾਂ ਨੂੰ ਜਾਤਾਂ 'ਚ, ਧਰਮਾਂ 'ਚ ਵੰਡਣਾ ਚਾਹੁੰਦੇ ਹਾਂ। ਪੰਜਾਬ ਦੇ ਵਿੱਚ 37% ਰੂਰਲ ਵਿੱਚ, ਮੈਂ 2 ਲਾਈਨਾਂ ਖਤਮ ਕਰਦਾ, 37% ਰੂਰਲ ਵਿੱਚ ਆਬਾਦੀ ਹੈ ਦਲਿਤਾਂ ਦੀ। ਅੱਜ ਵੀ ਜਾ ਕੇ ਦੇਖ ਲਓ 98% ਦਲਿਤ ਨੇ ਜਿਹੜੇ, ਉਹ ਨਾ ਉਹਨਾਂ ਨੂੰ ਨੌਕਰੀ ਮਿਲ ਰਹੀ ਹੈ, ਨਾ ਪੜ੍ਹਾਈ ਮਿਲ ਰਹੀ ਹੈ। ਸਰਕਾਰੀ ਸਕੂਲਾਂ 'ਚ ਪੜ੍ਹਾਈ ਦਾ ਹਾਲ ਮਾੜਾ ਹੈ, ਕੋਈ ਉਹਦੀ ਜ਼ਿੰਮੇਵਾਰੀ ਨਹੀਂ ਲੈਂਦਾ, ਕਿਉਂਕਿ ਇਹ ਸਾਰੀਆਂ ਪਾਰਟੀਆਂ, ਜਿਹੜਾ ਤਕੜਾ ਹੈ, ਜਿਹਦੇ ਕੋਲ ਤਾਕਤ ਹੈ, ਗੱਡੀ ਜਾ ਕੇ ਪੜਾਉਣਾ। ਮੈਂ ਸਮਝ ਗਿਆ ਤੁਹਾਡੀ ਗੱਲ, ਪਿਆਰੇ ਗਰਗ ਜੀ, ਬੜੀ ਡੂੰਘੀਆਂ ਗੱਲਾਂ ਤੁਸੀਂ ਕਹੀਆਂ ਨੇ, ਔਰ ਇਹਦਾ ਜਵਾਬ ਮੈਂ ਲੈਣਾ ਕੈਪਟਨ ਸੰਦੀਪ ਸੰਧੂ ਹੋਰਾਂ ਤੋਂ। ਕੋਈ ਨਹੀਂ, ਬਸ ਮੈਂ ਖਤਮ। ਕੈਪਟਨ ਸੰਦੀਪ ਸੰਧੂ, ਸੈਸ਼ਨ ਦੇ ਵਿੱਚ ਸੈਸ਼ਨ ਹੋਣਾ ਚਾਹੀਦਾ ਹੈ, ਸੈਸ਼ਨ ਲੰਬਾ ਕਰਨਾ ਚਾਹੀਦਾ ਹੈ, ਚਰਚਾ ਕਰਨੀ ਚਾਹੀਦੀ ਹੈ। ਬਹੁਤ ਡੂੰਘੀਆਂ ਗੱਲਾਂ ਤੁਸੀਂ ਕਹੀਆਂ, ਮੈਂ ਜਵਾਬ ਲੈਣਾ ਕੈਪਟਨ ਸੰਦੀਪ ਸੰਧੂ ਜੀ। तो प्यारे लाल जी ने जी बड़ी लंबी चर्चा की है, बड़ा कुछ बोलिया, मैं हर गल का जवाब देना चाहूंगा। हाँ प्लीज। मैं बड़े क्लैरिटी नाल गल आखी सी, मैं बिल्कुल भी तुलना नहीं कीती सी ਟੈਲੀਵਿਜ਼ਨ ਚੈਨਲਾਂ ਨੂੰ ਲੈ ਕੇ ਤੇ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ। ਨਹੀਂ, ਤੁਸੀਂ ਕਿਹਾ ਸੀ ਕਿ ਚਰਚਾ ਚੈਨਲਾਂ ਤੇ, ਇੱਕ ਮਿੰਟ ਮੈਂ ਰੋਕੂੰਗਾ ਪਲੀਜ਼। ਤੁਸੀਂ ਕੈਪਟਨ ਸੰਦੀਪ ਸੰਧੂ ਜੀ, ਦੇਖੋ ਮੈਂ ਤੁਸੀਂ ਜੋ ਗੱਲ ਕਹੀ ਸੀ ਕਿ ਰੋਜ਼ਾਨਾ ਚਰਚਾ ਤੇ ਹੋ ਹੀ ਰਹੀ ਹੈ, ਚੈਨਲਾਂ ਤੇ ਰੋਜ਼ਾਨਾ ਚਰਚਾ ਹੋ ਹੀ ਰਹੀ ਹੈ ਦੇ ਵਿੱਚ ਹੈ। ਔਰ ਜਿੱਥੋਂ ਤੱਕ ਰਹੀ ਵਿਧਾਨ ਸਭਾ ਸੈਸ਼ਨ ਦੀ, ਜੇ ਕੈਬਨਿਟ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਤਾਂ ਬਿਜ਼ਨਸ ਐਡਵਾਈਜ਼ਰੀ ਜਿਹੜੀ ਕਮੇਟੀ ਹੈ ਉਹਦੇ ਵਿੱਚ ਬੈਠ ਕੇ ਇਸ ਫੈਸਲੇ ਨੂੰ ਇਸੇ ਡਿਸਕਸ਼ਨ ਹੋ ਸਕਦੀ ਹੈ। ਇੱਕ ਗੱਲ, ਕਦੇ ਵੀ ਮੇਰਾ ਮਤਲਬ ਨਹੀਂ ਸੀਗਾ ਜਿਸ ਕਿਸਮ ਦਾ ਭਾਸ਼ਣ ਔਰ ਜਿਸ ਕਿਸਮ ਦੀਆਂ ਗੱਲਾਂ ਬੜੇ ਸਤਿਕਾਰਯੋਗ ਪਿਆਰੇ ਲਾਲ ਜੀ ਨੇ ਕੀਤੀਆਂ, ਇੱਕ ਪਾਸੇ ਸਦਨ ਦੀ ਗੱਲ ਕੀਤੀ, ਦੂਜੇ ਪਾਸੇ ਜਿਹੜੇ ਪ੍ਰੈਜ਼ੈਂਟ ਐਮਐਲਏ ਆ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੇ ਚੁਣਿਆ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਆਪਾਂ ਅੱਜ ਉਹਨਾਂ ਨੂੰ ਇਸ ਤੁਲਨਾ 'ਚ ਹੁਣ ਇਹਨਾਂ ਦੀ ਵਿਚਾਰਾਂ ਦੀ ਗਲਤੀ ਥੋੜੀ ਹੈ ਵੀ ਜੇ 1947 'ਚ ਪੈਦਾ ਨਹੀਂ ਹੋਏ ਜਾਂ ਇਹਨਾਂ ਨੇ ਉਦੋਂ ਆਜ਼ਾਦੀ ਦੀ ਲੜਾਈ ਨਹੀਂ ਲੜੀ। ਇਸ ਕਿਸਮ ਦੀ ਡਿਸਕਸ਼ਨ ਕੀ ਹੈ? ਡਿਸਕਸ਼ਨ ਦਾ ਹਿੱਸਾ ਜੀ ਕਿ ਅੱਜ ਡਿਸਕਸ਼ਨ ਜਿਹੜਾ ਸੈਸ਼ਨ ਆ ਉਹ 1 ਡੇ ਦਾ ਕਿਉਂ ਰੱਖਿਆ ਗਿਆ, ਜ਼ਿਆਦਾ ਕਿਉਂ ਨਹੀਂ ਰੱਖਿਆ ਗਿਆ। ਆਪਾਂ ਗੱਲਾਂ ਵਿੱਚ ਕਿੰਤੂ ਪਰੰਤੂ ਐਮਐਲਏ ਸਾਹਿਬਾਨਾਂ ਤੇ, ਕਿੰਤੂ ਪਰੰਤੂ ਸਿਸਟਮ ਦੇ ਵਿੱਚ, ਇੱਥੋਂ ਤੱਕ ਵੀ ਜੀ ਡਿਸਕਸ਼ਨਾਂ ਦੇ ਇਹਨਾਂ ਦੀਆਂ ਤੁਸੀਂ ਕੀ ਕਹਿਣਾ ਚਾਹੁੰਦੇ? ਜੋ ਵਿਧਾਨ ਸਭਾ 'ਚ ਹੁਣ ਤੱਕ ਡਿਸਕਸ਼ਨਾਂ ਹੋਈਆਂ, ਜੇ ਪਿਆਰੇ ਲਾਲ ਜੀ ਨੂੰ ਨਹੀਂ ਚੰਗੀਆਂ ਲੱਗੀਆਂ ਤੇ ਉਹ ਡਿਸਕਸ਼ਨਾਂ ਨਹੀਂ। ਜੇ ਉਹ ਸਦਨ ਪਵਿੱਤਰ ਆ, ਉਹਦੇ ਵਿੱਚ ਜੋ ਡਿਸਕਸ਼ਨ ਹੈ ਜਿਸ ਤਰੀਕੇ ਨਾਲ ਹੋ ਰਹੀ ਹੈ ਉਸ ਤੋਂ ਇੱਜ਼ਤ ਮਾਨ ਦੇਣਾ ਕਰਨਾ ਸਭ ਦਾ ਫਰਜ਼ ਹੈ। ਤੁਸੀਂ ਐਕਸਪਰਟ ਬਣ ਕੇ ਮਤਲਬ ਇਹ ਥੋੜੀ ਕਿ ਤੁਸੀਂ ਜੋ ਮਰਜ਼ੀ ਸਦਨ ਨੂੰ ਲੈ ਕੇ ਗੱਲਾਂ ਕਰੀ ਚੱਲੋ। ਹੁਣ ਆ ਗਈ ਦੂਸਰੀ ਗੱਲ ਵੀ, ਇੱਕ ਮੈਂ ਕਹਿਣਾ ਚਾਹੁੰਦਾ, ਜਿਹੜਾ ਆਰਡਰ ਪਾਸ ਹੋਇਆ ਨਾ ਉਹਦੇ ਵਿੱਚ ਆਪਾਂ ਇੱਕ ਦਿਨ ਤਾਂ ਸਾਰੇ ਪੜ੍ਹ ਰਹੇ, ਅਖੀਰ 'ਚ ਇਹ ਵੀ ਲਿਖਿਆ ਗਿਆ ਕਿ ਜਦੋਂ ਵੀ ਸਿਚੁਏਸ਼ਨ ਕੋਵਿਡ ਦੀ ਨਾਰਮਲਾਈਜ਼ ਹੁੰਦੀ ਹੈ, ਫੁੱਲ ਸੈਸ਼ਨ ਕਾਲ ਕੀਤਾ ਜਾਊਗਾ। ਸਰਕਾਰ ਕੋਈ ਆਪਦੇ ਸਵਾਲਾਂ ਤੋਂ, ਇਸ਼ੂਆਂ ਤੋਂ ਜਿਹੜੇ ਪਬਲਿਕ ਡੋਮੇਨ ਵਿੱਚ ਭਖੇ ਹੋਏ ਹੈ ਜਾਂ ਆਪੋਜੀਸ਼ਨ ਉਹਨਾਂ ਨੂੰ ਲੈ ਕੇ ਗੱਲ ਕਰ ਰਹੀ ਹੈ, ਜਾਂ ਜਿਹੜੇ ਪਿਆਰੇ ਲਾਲ ਜੀ ਨੇ ਗੱਲਾਂ ਕੀਤੀਆਂ ਵੀ ਆਹ ਵੀ ਡਿਸਕਸ਼ਨ ਦੇ ਹਿੱਸੇ ਹੋਣੇ ਚਾਹੀਦੇ ਹੈ, ਜੋ ਕਿ 117 ਐਮਐਲਏ ਕਿਤੇ ਵੀ ਨਹੀਂ ਕਰਦੇ, ਜੋ ਇਹਨਾਂ ਨੇ ਆਖਿਆ ਮੇਰੇ ਸ਼ਬਦ ਨਹੀਂ ਇਹਨਾਂ ਦੀ ਹੈ, ਉਹ ਸਾਰੀ ਉਹ ਡਿਸਕਸ਼ਨ ਦਾ ਹਿੱਸਾ ਜਦੋਂ ਫੁੱਲ ਹਾਊਸ ਬੁਲਾਇਆ ਜਾਊਗਾ ਕੀਤਾ ਜਾਊਗਾ। ਇਹ ਜਿਹੜੇ ਇਸ਼ੂਜ਼ ਹੈ ਜੀ, ਇਹ ਕਿਤੇ ਛਾਣ ਨਹੀਂ ਲੱਗੇ, ਇਹ ਵਾਕਿਆ ਹੀ ਠੀਕ ਹੈ। ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਔਰ ਵਿਧਾਨ ਸਭਾ ਦੇ ਵਿੱਚ ਜਦੋਂ ਮੁੱਦੇ ਉਠਾਏ ਜਾਂਦੇ ਆ, ਜਿਵੇਂ ਮਨੋਰੰਜਨ ਕਾਲੀਆ ਜੀ ਨੇ ਆਖਿਆ ਕਿ ਉਹਨਾਂ ਸਾਰੇ ਡਿਸਕਸ਼ਨਾਂ ਦੀ ਜਵਾਬਦੇਹ ਸਰਕਾਰ ਹੁੰਦੀ ਹੈ, ਔਰ ਜਿਹੜੇ ਇਸ਼ੂਜ਼ ਉੱਥੇ ਕੋਈ ਡਿਸਾਈਡ ਹੁੰਦੇ ਆ ਉਹਨਾਂ ਨੂੰ ਗਵਰਨਮੈਂਟ ਵੱਲੋਂ ਕਰਨਾ ਗਵਰਨਮੈਂਟ ਦਾ ਫਰਜ਼ ਹੁੰਦਾ ਹੈ। ਮੈਂ ਇੱਕ ਚੀਜ਼ ਹੋਰ, ਕੈਪਟਨ ਸੰਦੀਪ ਸੰਧੂ ਜੀ, ਜਿਹੜੀ ਸਰਕਾਰ ਇਹ ਕਹਿ ਰਹੀ ਹੈ ਕਿ ਅੱਜ ਆਹ ਮੈਂ ਮੰਨ ਗਿਆ, ਉਹਨਾਂ ਨੇ ਪਿਆਰੇ ਲਾਲ ਗਰਗ ਜੀ ਨੇ ਸਾਰੇ ਇਸ਼ੂ ਦੱਸੇ ਕਿ ਜਿਨ੍ਹਾਂ ਤੇ ਹੋਰ ਚਰਚਾ ਹੋਣੀ ਚਾਹੀਦੀ ਹੈ, ਪਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਡਿਸਕਸ਼ਨ ਨਹੀਂ ਹੋ ਰਹੀ, ਮੈਨੂੰ ਆਪ ਦੱਸੋ, ਪਿਛਲੇ ਕਈ ਸਾਲਾਂ ਤੋਂ ਤੁਸੀਂ ਵੀ ਲਗਾਤਾਰ ਵੇਖ ਰਹੇ ਹੋ, ਵਿਰੋਧੀ ਵਾਕਆਊਟ ਕਰਦੇ ਨੇ, ਸਰਕਾਰ ਆਪਣਾ ਕੰਮ ਕਰਦੀ ਹੈ, ਮੈਨੂੰ ਦੱਸੋ ਕਿਹੜੇ ਮਸਲੇ ਤੇ? ਮੈਂ ਇਕੱਲਾ ਇਹਦੇ ਸਰਕਾਰ ਦੀ ਨਹੀਂ ਕਹਿ ਰਿਹਾ,
ਇਹਦੇ ਆਪੋਜੀਸ਼ਨ ਦਾ ਰੋਲ ਵੀ ਬੜਾ ਅਹਿਮ ਹੈ ਕਿ ਚਰਚਾ ਹੋਣੀ ਚਾਹੀਦੀ ਹੈ। ਸੁਣੋ ਗੱਲ, ਕਿੰਨੀ ਚਰਚਾ ਹੋ ਰਹੀ ਹੈ? ਮੇਰੀ ਗੱਲ ਸੁਣੋ। ਹਾਂ, ਕਿੰਨਾ ਜਿਹੜੇ 117 ਐਮਐਲਏ ਉਸ ਸਦਨ ਵਿੱਚ ਜਾਂਦੇ ਆ, ਉਹਨਾਂ ਨੂੰ ਕੌਣ ਇਲੈਕਟ ਕਰਦਾ ਹੈ? ਪੰਜਾਬ ਦੇ ਲੋਕ। ਸਾਲ ਪਰ ਸਾਲ ਜਦੋਂ ਇਲੈਕਸ਼ਨਾਂ ਆਉਂਦੀਆਂ ਉਹਨਾਂ ਕੋਲੇ ਮੌਕਾ ਹੁੰਦਾ ਹੈ ਜਿਸ ਦੀ ਸਰਕਾਰ ਬਣਾਉਣੀ ਹੈ, ਜਿਸ ਨੂੰ ਐਮਐਲਏ ਬਣਾਉਣਾ ਹੈ। ਔਰ ਜਿਹੜੀਆਂ ਉੱਥੇ ਡਿਸਕਸ਼ਨਾਂ ਹੁੰਦੀਆਂ ਜਾਂ ਹੋਈਆਂ, ਆਪਾਂ ਨੂੰ ਸਾਰਿਆਂ ਨੂੰ ਉਸ ਚੀਜ਼ ਦੀ ਕਦਰ ਕਰਨੀ ਚਾਹੀਦੀ ਹੈ। ਉਸ ਚੀਜ਼ ਨੂੰ ਇੱਕ ਪਾਸੇ ਆਪਾਂ ਉਸ ਸਦਨ ਨੂੰ ਪਵਿੱਤਰ ਕਹਿੰਦੇ ਆ, ਇਸ ਕਿਸਮ ਦਾ ਦਰਜਾ ਆਪਾਂ ਦਿੱਤਾ ਗਿਆ ਔਰ ਦਰਜਾ ਹੈਗਾ। ਉਸ ਤੋਂ ਬਾਅਦ ਆਪਾਂ ਉਹਨਾਂ ਤੋਂ ਜਾ ਕੇ ਜਿਹੜੀਆਂ ਹੁਣ ਡਿਸਕਸ਼ਨਾਂ ਹੋਈਆਂ ਉਹਨਾਂ ਤੇ ਕਿੰਤੂ ਪ੍ਰੰਤੂ ਕਰੀਏ। ठीक है, कालिया साहब कुछ कहना चाह रहे हैं। अमन जी उस तो बाद आ रहे हैं। कालिया साहब कुछ कहना चाह रहे हैं। अमन जी आ रहे हैं उस तो बाद। कालिया साहब देखो, गल ये है कि संधू साहब ये गल कह रहे हैं कि जो सिचुएशन नॉर्मलाइज हो जाएगी उदों असी फुल सैशन बुलावांगे। सवाल यह है कि अज एमरजेंसी है, अज चाहिए पूरा फुल सैशन। सवाल यह है कि कोविड जिद तक ताल्लुक है, कोविड जब तक वैक्सीन नहीं आती तद तक सानू ਇਹਦੇ ਨਾਲ जीना पएगा। सो ਉਹਦੇ ਨਾਲ ਤੁਸੀਂ ਸਾਰੇ ਵਿਧਾਇਕਾਂ ਦਾ ਅੱਜ ਨੈਗੇਟਿਵ ਟੈਸਟ ਕਰਾਓ ਕੋਵਿਡ ਦਾ, ਜਿਹਦਾ ਪੋਜ਼ਿਟਿਵ ਆਂਦਾ ਉਹਨੂੰ ਕੋ ਤੂੰ ਘਰ ਬੈਠ, ਬਾਕੀਆਂ ਨੂੰ ਜਿਹੜਾ ਅੰਦਰ ਇਨਵਾਈਟ ਕਰਕੇ ਫੁੱਲ ਸੈਸ਼ਨ ਡਿਸਕਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਪੂਰੇ ਪੱਖ ਦੇ ਮਸਲੇ ਹੈ। ਇਹ ਆਪਾਂ ਇਹ ਕਹੀਏ ਕਿ ਸਿਰਫ ਇੱਕ ਦਿਨ 'ਚ 2 ਸਿਟਿੰਗਾਂ ਕਰਕੇ ਖਤਮ ਹੋ ਜਾਏਗਾ, ਐਸਾ ਨਹੀਂ ਹੈ। ਫਿਰ ਇਹ ਹੈਗਾ ਕਿ ਜੇ ਤੁਸੀਂ ਲੰਬਾ ਕਰਦੇ ਹੋ, ਕੱਲ ਨੂੰ ਕੋਵਿਡ ਦੀ ਵੈਕਸੀਨ ਨੂੰ ਸਾਲ ਲੱਗਦਾ ਤੇ ਤੁਸੀਂ ਹੁਣ ਸਾਲ 'ਚ ਸਿਰਫ ਫਾਰਮੈਲਿਟੀ ਕਰੋਗੇ, ਇਸ਼ੂਜ਼ ਡਿਸਕਸ ਨਹੀਂ ਕਰੋਗੇ। ਅੱਜ ਪਾਣੀਆਂ ਦਾ ਮਸਲਾ ਹੈਗਾ, ਅੱਜ ਤੁਸੀਂ 125 ਬੰਦੇ ਮਰੇ, ਔਰ ਜਿੱਦ ਤੱਕ ਸਿਟਿੰਗਸ ਦਾ ਗੱਲ ਹੈਗਾ, ਨਿਗਾਰ ਆਇਆ ਜਿਹੜਾ ਘੱਟ ਸਿਟਿੰਗਸ, ਉਹ ਵੀ ਕਾਂਗਰਸ ਵੇਲੇ ਸ਼ੁਰੂ ਹੋਇਆ। 1992 ਜਦੋਂ ਸ਼ਹੀਦ ਬੇਅੰਤ ਸਿੰਘ ਹੋਣੀ ਸੀਗੇ ਮੁੱਖ ਮੰਤਰੀ, ਉਹਨਾਂ ਵੇਲੇ ਜਿਹੜੇ 5 ਸਾਲ ਸੀਗੇ ਉਹਨਾਂ 'ਚ ਸਿਟਿੰਗ ਜਿਹੜੀ ਆ ਘਟਣਾ ਸ਼ੁਰੂ ਹੋਇਆ, ਨਿਗਾਰ ਸ਼ੁਰੂ ਹੋਇਆ। ਪਹਿਲਾਂ ਤੁਸੀਂ ਦੇਖ ਲਓ ਵਕਫਾ, ਚਾਹੇ ਕਾਂਗਰਸੀ ਚਾਹੇ ਜਨਤਾ ਪਾਰਟੀ ਜਾਂ ਬੀਜੇਪੀ ਦੀ ਸਰਕਾਰਾਂ ਸੀਗੀਆਂ, ਉਦੋਂ ਡਿਸਕਸ਼ਨਸ ਫੁੱਲ ਹੁੰਦੀਆਂ ਸੀਗੀਆਂ। ਹੁਣ ਇਹ ਹੈਗਾ ਕਿ ਅੱਜ ਕਾਂਗਰਸ ਜਿਹੜੀ ਹੈਗੀ ਉਹੀ ਕਾਂਗਰਸ ਸੀਗੀ ਜਦੋਂ ਅਕਾਲੀ ਬੀਜੇਪੀ ਸਰਕਾਰ ਸੀਗੀ, ਤੇ ਇਹਨਾਂ ਨੇ ਧਰਨੇ ਵੀ ਲਾਏ ਕਿ ਵੱਧ ਡਿਸਕਸ਼ਨਸ ਹੋਣੀ ਚਾਹੀਦੀਆਂ। ਮੈਂ ਤਾਂ ਇਹਨਾਂ ਦੇ ਪੀਪੀਸੀ ਦੇ ਅਧਿਕਸ਼ ਉਹਨਾਂ ਨੂੰ ਪੁੱਛਣਾ ਚਾਹਾਂਗਾ, ਸੁਨੀਲ ਜਾਖੜ ਜੀ ਨੂੰ, ਕਿ ਤੁਹਾਡਾ ਕੀ ਵਿਚਾਰ ਹੈ ਕਿ ਹੁਣ ਤੁਸੀਂ ਇੱਕ ਸੈਟਿੰਗ ਨਾਲ ਸੈਟੀਸਫਾਈਡ ਹੋ ਗਏ? ਤੇ ਹੁਣ ਸਵਾਲ ਇਸ ਗੱਲ ਦਾ, ਅੱਜ ਐਮਰਜੈਂਟ ਸਿਚੁਏਸ਼ਨ ਹੈ, ਅੱਜ ਫੁੱਲ ਸੈਸ਼ਨ ਦੀ ਜ਼ਰੂਰਤ ਹੈਗੀ ਹੈ। ਜਿਸ ਤਰ੍ਹਾਂ ਹਰਿਆਣਾ ਨੇ ਕੀਤਾ, ਹਰਿਆਣਾ ਸਪੀਕਰ ਨੇ ਕੀਤਾ, ਤੁਸੀਂ ਕੋਵਿਡ ਦਾ ਟੈਸਟ ਕਰਾਓ ਔਰ ਤੁਸੀਂ ਸਪੈਕਟੇਟਰਸ ਗੈਲਰੀ ਨੂੰ ਵੀ ਯੂਜ਼ ਕਰੋ ਕਿ ਸਾਰੇ ਉੱਥੇ ਜਿਹੜਾ ਹੈਗਾ ਪੂਰੀ ਡਿਸਕਸ਼ਨ ਹੋਵੇ, ਤਾਂ ਜੋ ਇੱਕ ਰਾਏ ਬਣੇ ਔਰ ਬਿਹਤਰ ਕਾਰਗੁਜ਼ਾਰੀ ਜਿਹੜੀ ਹੈਗੀ ਸਰਕਾਰ ਦੀ ਨਿਕਲੇ, ਨਾ ਕਿ ਇਸ ਨੂੰ ਭੱਜਣ ਨਾਲ ਜਿਹੜਾ ਹੈਗਾ ਮਸਲੇ ਹੱਲ ਨਹੀਂ ਹੋਣੇ। ਸੰਧੂ ਸਾਹਿਬ। ਅਮਨ ਜੀ ਨਵਨੀਤ ਜੀ, ਹੁਣ ਮੈਨੂੰ 2 ਮਿੰਟ ਦਿਓ। ਦੇਖੋ, ਇਸ ਤਰ੍ਹਾਂ ਹੁੰਦਾ ਹੈ ਕਿ ਲੋਕਤੰਤਰ ਦੇ ਵਿੱਚ ਨਾ ਜੀ ਜਿਹੜੀ ਸੁਪਰੀਮੇਸੀ ਹੁੰਦੀ ਹੈ ਉਹ ਵਿਧਾਨ ਸਭਾ ਦੀ ਹੋਣੀ ਚਾਹੀਦੀ ਹੈ, ਨਾ ਕਿ ਕੈਬਨਿਟ ਦੀ। ਹੁਣ ਅਲਟੀਮੇਟਲੀ ਹੋ ਕੀ ਰਿਹਾ ਹੈ ਕਿ ਜਿਹਦੇ ਨੋ ਡਾਊਟ ਜਿਹਦੇ ਕੋਲ ਵੱਧ ਐਮਐਲਏ ਨੇ ਉਹਦੀ ਸਰਕਾਰ ਬਣ ਜਾਣੀ, ਉਹਨੇ ਮੈਜੋਰਿਟੀ ਨਾਲ ਸਰਕਾਰ ਬਣਨੀ ਹੈ ਔਰ ਉਹਨੇ ਲੋਕਾਂ ਦੇ ਸੈਂਟੀਮੈਂਟਸ ਨੇ ਜਿਹੜੇ ਉਹਨੂੰ ਰਿਫਲੈਕਟ ਕਰਨਾ। ਪਰ ਅਲਟੀਮੇਟਲੀ ਇੱਥੇ ਜਿਹੜੀ ਮੈਜੋਰਿਟੀ ਹੈ ਨਾ ਜੀ, ਵੱਧ ਗਿਣਤੀ ਹੈ ਜਿਹੜੀ, ਉਹ ਦੂਜਿਆਂ ਦੀ ਆਵਾਜ਼ ਦਬਾਉਣ ਵਾਸਤੇ ਜਿਹੜੀ ਲੈਜਿਸਲੇਚਰ ਹੈਗੇ ਨੇ ਜੀ, ਉਹ ਕੰਟਰੀਬਿਊਟਰੀ ਨਾ ਹੋ ਕੇ ਉਹ ਆਪਰੈਸਿਵ ਹੋ ਗਿਆ ਕਿ ਜਿਹੜੇ ਆਪੋਜੀਸ਼ਨ ਉਹਦੀ ਆਵਾਜ਼ ਨਾ ਉੱਠਣ ਦੋ। ਹੋਣਾ ਇਹ ਚਾਹੀਦਾ ਕਿ ਕੈਬਨਿਟ ਬੁਲਾਈ ਜਾਵੇ, ਕੈਬਨਿਟ ਕੋਲੇ ਸਰਕਾਰ ਕੋਲ ਜਿੰਨਾ ਬਿਜ਼ਨਸ ਹੈ ਉਹ ਸਪੀਕਰ ਸਾਹਿਬ ਕੋਲੇ ਭੇਜੇ, ਜਿੰਨਾ ਸਾਡੇ ਕੋਲੇ ਆਪੋਜੀਸ਼ਨ ਵਾਲਿਆਂ ਕੋਲੇ ਬਿਜ਼ਨਸ ਹੈ, ਕੋਈ ਸਵਾਲ ਹੈ, ਕੋਈ ਪੋਲੀਟੀਸ਼ੀਅਨ ਨੇ, ਜਿੰਨਾ ਸਾਡੇ ਮਸਲੇ ਹੈਗੇ ਅਸੀਂ ਸਪੀਕਰ ਸਾਹਿਬ ਨੂੰ ਦਈਏ। ਸਪੀਕਰ ਸਾਹਿਬ ਉਹਦੇ ਅਕੋਰਡਿੰਗਲੀ BAC ਯਾਨੀ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਮੁਤਾਬਕ ਸਪੀਕਰ ਸਾਹਿਬ ਔਰ BAC ਡਿਸਾਈਡ ਕਰੇ ਵੀ ਕਿੰਨੇ ਦਿਨਾਂ ਦਾ ਹੋਣਾ ਚਾਹੀਦਾ ਹੈ। ਹੁਣ ਇੱਥੇ ਲੰਮੇ ਸਮੇਂ ਤੋਂ ਹੋ ਕੀ ਰਿਹਾ ਹੈ ਕਿ ਕੈਬਨਿਟ ਤੋਂ ਫੈਸਲਾ ਹੋ ਕੇ ਆ ਜਾਂਦਾ ਕਿ ਜੀ 1 ਦਿਨ ਦਾ ਜਾਂ 2 ਦਿਨ ਦਾ ਸੈਸ਼ਨ ਹੋਊਗਾ। ਕੈਬਨਿਟ ਨੂੰ, ਸਰਕਾਰ ਨੂੰ ਸਾਡੇ ਕਿੰਨੇ ਮਸਲੇ ਨੇ ਉਹ ਕਿਵੇਂ ਪਤਾ ਲੱਗੂਗਾ? ਸੋ ਇਸ ਕਰਕੇ ਸਿਰਫ ਆਵਾਜ਼ ਦਬਾਈ ਜਾਂਦੀ ਹੈ, ਨੰਬਰ 1। ਨੰਬਰ 2, ਦੂਜੀ ਗੱਲ ਇਹ ਹੈ ਕਿ ਇੱਕ ਨਾ ਸਾਈਕੋਲੋਜੀਕਲ ਹੈ ਇਹ ਮਾਨਸਿਕ ਤੌਰ ਦੇ ਉੱਪਰ ਜਿਹੜੀ ਇੰਨੀ ਮਾਇਓਪਿਕ, ਇੰਨੀ ਛੋਟੀ ਸੋਚ ਹੋ ਗਈ ਹੈ ਸਿਆਸਤਦਾਨਾਂ ਦੀ ਔਰ ਪੋਲੀਟੀਕਲ ਪਾਰਟੀਆਂ ਦੀ ਕਿ ਮਸਲੇ ਡਿਸਕਸ ਕਰਨ ਦੀ ਬਜਾਏ ਦਬਾਉਣਾ ਚਾਹੁੰਦੇ ਆ। ਅਸੀਂ ਮੇਰੇ ਖਿਆਲ ਦੇ ਵਿੱਚ, ਜੇ ਮੈਂ ਗਲਤ ਹੋਵਾਂ ਤਾਂ ਡਾਕਟਰ ਗਰਗ ਮੈਨੂੰ ਕਰੈਕਟ ਕਰਨਗੇ, ਸੁਣਦੇ ਹੁੰਦੇ ਆ ਕਿ ਜਦੋਂ ਪਹਿਲੀ ਜਾਂ ਦੂਜੀ ਕਾਂਗਰਸ ਦੀ ਸਰਕਾਰ ਸੀਗੀ ਕੇਂਦਰ ਦੇ ਵਿੱਚ, ਉਹਦੇ ਵਿੱਚ 3 ਮੰਤਰੀ ਨਾਨ ਕਾਂਗਰਸ ਦੇ ਸੀਗੇ ਜਿਹੜੇ ਕਿ ਇੰਟੈਲੀਜੈਂਟ ਸੀ, ਇਸ ਕਰਕੇ ਕਾਂਗਰਸ ਨੇ ਉਹਨਾਂ ਨੂੰ ਮਿਨਿਸਟਰ ਬਣਾਇਆ। ਜਦੋਂ ਇੰਦਰਾ ਗਾਂਧੀ ਜੀ ਸੀਗੇ ਪ੍ਰਧਾਨ ਮੰਤਰੀ, ਉਦੋਂ ਉਹਨਾਂ ਨੇ UN ਦੇ ਵਿੱਚ ਰਿਪਰੈਜ਼ੈਂਟ ਕਰਨ ਦੇ ਲਈ ਅਟਲ ਬਿਹਾਰੀ ਵਾਜਪਾਈ ਨੂੰ ਭੇਜਿਆ, ਬਿਕੋਜ਼ ਹੀ ਵਾਸ ਅ ਵੈਰੀ ਗੁੱਡ ਓਰੇਟਰ। ਤੇ ਅੱਜ ਗੱਲ ਇਹ ਹੋਈ ਪਈ ਹੈ ਕਿ ਅਸੀਂ ਕੋਈ ਮੁੱਦਾ ਚੱਕੀਏ, ਉਹ ਚੱਕਣ ਨਹੀਂ ਦਿੱਤਾ ਜਾਂਦਾ ਹੈ ਕਿ ਸਿਰਫ ਆਵਾਜ਼ ਦਬਾਈ ਜਾਂਦੀ ਹੈ। ਔਰ ਲੋਕਤੰਤਰ ਦੇ ਵਿੱਚ ਲੋਕਾਂ ਦਾ ਪੈਸਾ, ਲੋਕਾਂ ਦੀ ਵਿਧਾਨ ਸਭਾ, ਲੋਕਾਂ ਦੇ ਨੁਮਾਇੰਦੇ, ਲੋਕਾਂ ਦੇ ਮੁੱਦੇ, ਲੋਕਾਂ ਦੇ ਮਸਲੇ। ਸਾਨੂੰ 3.5 ਸਾਲ ਹੋ ਗਏ ਰੌਲਾ ਪਾਉਂਦਿਆਂ ਨੂੰ ਕਿ ਲਾਈਵ ਟੈਲੀਕਾਸਟ ਕਰ ਦੋ, ਉਹ ਨਹੀਂ ਕਰਦੇ ਹੈਗੇ। ਮੈਂ ਹਾਈ ਕੋਰਟ ਦੇ ਵਿੱਚੋਂ ਡਾਇਰੈਕਸ਼ਨਸ ਲਿਆਤੀਆਂ ਪੌਣੇ 2 ਸਾਲ ਪਹਿਲਾਂ, ਉਹਦੇ ਉੱਪਰ ਕਾਰਵਾਈ ਕੋਈ ਨਹੀਂ ਹੁੰਦੀ ਹੈਗੀ, ਸਿਰਫ ਔਰ ਸਿਰਫ ਨਵਨੀਤ ਜੀ ਇੱਥੇ ਆਵਾਜ਼ ਦਬਾਈ ਜਾਂਦੀ ਹੈ। ਔਰ ਇੰਨੀ ਛੋਟੀ ਸੋਚ ਹੋ ਗਈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਆਪਦੀ ਗੱਲ ਬੰਦ ਕਰੂੰਗਾ। ਮੈਂ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਇੱਕ
ਬਿੱਲ ਲੈ ਕੇ ਆਂਦਾ ਕਿ ਜਿੰਨੇ MLA ਨੇ ਉਹ ਸਾਰੇ ਦੇ ਸਾਰੇ ਆਪਦੀ ਜਿਹੜੀ ਪ੍ਰਾਪਰਟੀ ਹੈ, ਜਿਹੜੀ ਇਮੂਵੇਬਲ ਪ੍ਰਾਪਰਟੀ ਹੈ, ਅਚਲ ਪ੍ਰਾਪਰਟੀ ਹੈ ਜਿਹੜੀ, ਉਹਦੀਆਂ ਲਿਸਟਾਂ ਨੇ ਜਿਹੜੀਆਂ ਉਹ ਹਰੇਕ ਸਾਲ 31 ਜਨਵਰੀ ਨੂੰ ਵਿਧਾਨ ਸਭਾ ਸਬਮਿਟ ਕਰਾਂਗੇ। ਜਦੋਂ ਮੈਂ ਇਹ ਬਿੱਲ ਆਇਆ ਮੈਂ ਅਪੋਜ਼ ਕੀਤਾ, ਮੈਂ ਕਿਹਾ ਜੀ ਤੁਸੀਂ ਠੀਕ ਹੈ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਮੈਂ ਸਹਿਮਤ ਹਾਂ ਇਹਦੇ ਨਾਲ। ਇਹਦੇ ਤੁਸੀਂ ਸਿਰਫ ਜਿਹੜੀਆਂ ਇਮੂਵੇਬਲ ਪ੍ਰਾਪਰਟੀਆਂ ਨੇ ਉਹ ਕਿਉਂ ਇਨਕਲੂਡ ਕਰਦੇ ਹੋ, ਚੱਲ ਜਾਇਦਾਦਾਂ ਕਿਉਂ ਇਨਕਲੂਡ ਕਰਦੇ ਹੋ? ਤੁਸੀਂ ਇਹਦੇ ਜਿਹੜੀਆਂ ਮੂਵੇਬਲ ਨੇ, ਜਿਹੜੇ ਕਿ ਚੱਲ ਜਾਇਦਾਦਾਂ ਨੇ, ਕਿਸੇ ਕੋਲ ਕੈਸ਼ ਹੈ, ਕਿਸੇ ਕੋਲ ਜੁਐਲਰੀ ਹੈ, ਕਿਸੇ ਕੋਲ ਮਰਸੀਡੀਜ਼ ਗੱਡੀ ਹੈ, ਕਿਸੇ ਕੋਲ ਜਹਾਜ਼ ਹੈ, ਕਿਸੇ ਕੋਲ ਸ਼ਿਪ ਹੈ, ਔਰ ਪੰਜਾਬ ਦੇ ਵਿੱਚ ਤਾਂ ਟਰਾਂਸਪੋਰਟ ਟਰੱਕਾਂ ਔਰ ਬੱਸਾਂ ਦੇ ਨਾਲ ਪੋਲੀਟੀਸ਼ੀਅਨਾਂ ਦਾ ਬਹੁਤ ਜ਼ਿਆਦਾ ਪਿਆਰ ਹੈ। ਇਹਦਾ ਮਤਲਬ ਤੁਸੀਂ ਇਹਨੂੰ ਐਕਸਕਲੂਡ ਕਰਤਾ ਵੀ ਬੰਦਾ ਜਿੰਨਾ ਮਰਜ਼ੀ ਲੁੱਟ ਲੇ ਤੇ ਉਹ ਤੋਂ ਬਾਅਦ ਉਹ ਇਹਦੇ ਵਿੱਚ ਨਹੀਂ ਆਉਂਦਾ ਹੈਗਾ, ਇਸ ਕਰਕੇ ਇਹਨੂੰ ਐਕਸਕਲੂਡ ਕਰ ਦਿਓ। ਮੈਂ ਜਦੋਂ ਇਹ ਗੱਲ ਕਹੀ, ਸੱਤਾਧਾਰੀ ਧਿਰ ਦੇ ਵਿੱਚੋਂ ਸਿਰਫ 2 ਬੰਦਿਆਂ ਨੇ, ਨਵਜੋਤ ਸਿੰਘ ਸਿੱਧੂ ਨੇ ਔਰ ਮਨਪ੍ਰੀਤ ਬਾਦਲ ਨੇ, ਮੇਰੀ ਥਪਾ ਕੇ ਇਸ ਗੱਲ ਦੇ ਨਾਲ ਸਹਿਮਤੀ ਪ੍ਰਗਟਾਈ। ਚਲੋ ਕੰਸੈਂਸਸ ਬਣ ਗਿਆ, ਮਤਾ ਪਾਸ ਵੀ ਹੋ ਗਿਆ ਕਿ ਜੋ ਅਮਨ ਕਹਿ ਰਿਹਾ ਹੈ ਉਹ ਬਿਲਕੁਲ ਸਹੀ ਹੈ, ਇਹਨੂੰ ਇਹਦੇ ਵਿੱਚ ਇਨਕਲੂਡ ਕਰ ਲਓ। ਅਚਲ ਔਰ ਚੱਲ ਸਾਰੀਆਂ ਜਾਇਦਾਦਾਂ ਨੇ ਉਹਦਾ ਵੇਰਵਾ ਦਿੱਤਾ ਜਾਣਾ ਚਾਹੀਦਾ ਹੈ। ਪਾਸ ਹੋ ਗਿਆ ਮਤਾ, ਮੈਂ ਧੰਨਵਾਦ ਕਰਦਾ ਸਪੀਕਰ ਸਾਹਿਬ ਦਾ। ਨੀਚੋਂ ਇਸ਼ਾਰਾ ਹੋ ਗਿਆ ਸਪੀਕਰ ਸਾਹਿਬ ਨੂੰ ਕਿ ਜੀ ਨਾ ਨਾ ਹੋਵੇ ਕਿਤੇ ਕ੍ਰੈਡਿਟ ਆਮ ਆਦਮੀ ਪਾਰਟੀ ਨੂੰ ਨਾ ਚਲਾ ਜਾਵੇ, ਤੇ ਪਾਸ ਹੋਣ ਤੋਂ ਮਗਰੋਂ ਉਹਨੂੰ ਰਿਵਰਟ ਕਰਤਾ ਵੀ ਇਹਦਾ ਕ੍ਰੈਡਿਟ ਕਿਤੇ ਆਮ ਆਦਮੀ ਪਾਰਟੀ ਨੂੰ ਨਾ ਚਲਾ ਜਾਵੇ। ਸੋ ਜਿੱਥੇ, ਔਰ ਸਾਡੇ ਕੋਲ ਫਿਰ ਹੱਲ ਕੀ ਬਚਿਆ ਸੀਗਾ? ਬਥੇਰਾ ਰੌਲਾ ਪਾਇਆ, ਬਥੇਰਾ ਸੰਘ ਪਾੜਿਆ, ਪਰ ਕੋਈ ਸੁਣਵਾਈ ਨਹੀਂ ਹੋਈ ਹੈਗੀ। ਅਲਟੀਮੇਟਲੀ ਹਾਰ ਕੇ ਅਸੀਂ ਨਾਰੇ ਲਾਉਂਦੇ, ਸਰਕਾਰ ਮੁਰਦਾਬਾਦ ਕਰਦੇ, ਅਸੀਂ ਬਾਹਰ ਆ ਗਏ। ਹੁਣ ਸਾਡੇ ਕੋਲ ਹੱਲ ਹੀ ਕੋਈ ਨਹੀਂ ਬਚਿਆ। ਆ ਕੇ ਫਿਰ ਤੁਹਾਡੇ ਸਨਮੁਖ, ਮੀਡੀਆ ਦੇ ਸਨਮੁਖ ਹੋ ਕੇ ਗੱਲ ਰੱਖਣੀ ਪਈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਨਵਨੀਤ ਜੀ ਕਿ ਇਹ ਹੋ ਇਸ ਕਰਕੇ ਰਿਹਾ ਕਿਉਂਕਿ ਸਰਕਾਰਾਂ ਆਪ ਪਰਦੇ ਪਾ ਕੇ ਰੱਖਣੀਆਂ ਚਾਹੁੰਦੀਆਂ ਨੇ, ਆਪਦੀਆਂ ਨਾਕਾਮਯਾਬੀਆਂ ਛੁਪਾ ਕੇ ਰੱਖਣੀਆਂ ਚਾਹੁੰਦੀਆਂ ਨੇ। ਇਸ ਕਰਕੇ ਲੋਕਾਂ ਦੇ ਮੁੱਦਿਆਂ ਤੋਂ, ਆਪੋਜੀਸ਼ਨ ਪਾਰਟੀਆਂ ਤੋਂ ਭੱਜਦੇ ਨੇ। ਤਾਂ ਇਹ ਸਾਰੇ ਸੈਸ਼ਨ ਛੋਟੇ ਹੁੰਦੇ ਨੇ, ਤਾਂ ਹੀ ਲਾਈਵ ਟੈਲੀਕਾਸਟ ਨਹੀਂ ਹੁੰਦੇ ਹੈਗੇ, ਤਾਂ ਹੀ ਆਵਾਜ਼ ਕਰਨਾ ਚਾਹੂੰਗਾ ਅਮਨ ਅਰੋੜਾ ਜੀ। ਮੈਂ ਆ ਰਿਹਾ, ਕਾਲੀਆ ਸਾਹਿਬ ਆ ਰਹੇ। ਸਿਆਸੀ ਪਾਰਟੀਆਂ ਮੈਂ ਕਰੈਕਟ ਕਰਨਾ ਚਾਹੂੰਗਾ ਅਮਨ ਅਰੋੜਾ ਜੀ ਦੀ ਗੱਲ ਨੂੰ। ਕਰੋ ਕਾਲੀਆ ਸਾਹਿਬ, ਫਿਰ ਖੈਰਾ ਸਾਹਿਬ ਮੈਂ ਕਰੈਕਟ ਕਰਨਾ ਚਾਹੂੰਗਾ। ਹਾਂ, ਜਿਹੜੀ ਅਮਨ ਅਰੋੜਾ ਜੀ ਨੇ ਗੱਲ ਕੀਤੀ ਹੈ ਉਹ ਉਸ ਵਕਤ ਪ੍ਰਧਾਨ ਮੰਤਰੀ ਸ਼੍ਰੀ ਨਰਸਿਮਹਾ ਰਾਓ ਜੀ ਸੀਗੇ, ਨਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਸੀਗੇ। ਤੇ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਟਾਈਮ ਦੇ ਉੱਤੇ ਜਦੋਂ ਬੰਗਲਾਦੇਸ਼ ਬਣਿਆ ਤੇ ਉਸ ਵਕਤ ਲੀਡਰ ਆਫ ਦਾ ਆਪੋਜੀਸ਼ਨ ਬਤੌਰ ਅਟਲ ਬਿਹਾਰੀ ਵਾਜਪਾਈ ਜੀ ਨੇ ਐਪਰੀਸ਼ੀਏਟ ਕੀਤਾ। ਔਰ ਜਿਹੜਾ ਆਪਣਾ ਨਰਸਿਮਹਾ ਰਾਓ ਜੀ ਵੇਲੇ ਜਿਹੜਾ ਹੈਗਾ ਉਦੋਂ ਪਾਕਿਸਤਾਨ ਦੇ ਖਿਲਾਫ ਜਿਹੜਾ ਹੈਗਾ ਡੈਲੀਗੇਸ਼ਨ ਭੇਜਿਆਗਾ, ਜਿਹੜਾ ਅਟਲ ਬਿਹਾਰੀ ਵਾਜਪਾਈ ਜੀ ਨੇ ਚੇਅਰ ਕੀਤਾ ਸੀ। ਖੈਰਾ ਸਾਹਿਬ ਬਿਲਕੁਲ ਠੀਕ, ਐਬਸੋਲੂਟਲੀ ਰਾਈਟ ਜੀ। ਸੌਰੀ ਕਾਲੀਆ ਸਾਹਿਬ, ਆਈ ਵਾਸ ਮਿਸਟੇਕਨ। ਖੈਰਾ ਸਾਹਿਬ ਦੇਖੋ ਸੰਧੂ ਸਾਹਿਬ, ਠੀਕ ਹੈ, ਨਹੀਂ ਕੋਈ ਨਹੀਂ, ਮੈਂ ਕਰੈਕਟ ਕਰ ਦਵਾਂ। ਮੈਂ ਕਿਹਾ ਹਿਸਟੋਰੀਕਲੀ ਹੈ ਨਾ ਜੀ। ਥੈਂਕ ਯੂ। ਸੰਧੂ ਸਾਹਿਬ ਕਹਿੰਦੇ ਨੇ ਕਿ ਇੱਕ ਦਿਨ ਦਾ ਸੈਸ਼ਨ ਇਨਫ ਹੈ, ਵੀ ਉਸ ਤੋਂ ਬਾਅਦ ਜਦੋਂ ਸਿਚੁਏਸ਼ਨ ਨਾਰਮਲ ਹੋ ਜਾਊਗੀ ਵੀ ਉਹ ਤੋਂ ਬਾਅਦ ਜਿਹੜਾ ਹੈਗਾ ਇਹ ਤੇ ਡਿਸਕਸ਼ਨ ਹੋ ਜਾਊਗੀ। ਲੋਕ ਅੱਜ ਮਰ ਰਹੇ ਨੇ, ਸੜਕਾਂ ਅੱਜ ਟੁੱਟੀਆਂ ਹੋਈਆਂ ਨੇ, 70,000 ਲੋਕਾਂ ਦੀ ਪੈਨਸ਼ਨ ਕੱਟ ਦਿੱਤੀ ਹੈ। ਚਾਹੇ ਕਰੋਨਾ ਦੀ ਗੱਲ ਨੂੰ ਲੈ ਲਈਏ ਜਾਂ ਹੋਰ ਲੈ ਲਈਏ, ਡਿਸਕਸ਼ਨ ਦੀ ਬਾਅਦ ਚ ਲੋੜ ਨਹੀਂ ਹੈ, ਲੋੜ ਅੱਜ ਹੈ। ਠੀਕ ਹੈ, ਜੇਕਰ ਪਹਿਲਾਂ ਕਦੀ ਇੱਕ ਦਿਨ ਦਾ ਹੁੰਦਾ ਵੀ ਸੀ ਉਹਨੂੰ ਆਪਾਂ ਛੱਡ ਦਈਏ। ਘੱਟੋ ਘੱਟ ਅੱਜ ਜਿਹੜੀ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਦਾਅ ਤੇ ਲੱਗੀਆਂ ਹੋਈਆਂ ਨੇ, ਹਜ਼ਾਰਾਂ ਲੋਕ ਹਸਪੀਟਲਾਂ ਦੇ ਵਿੱਚ ਨੇ, ਬੜੀਆਂ ਦਿੱਕਤਾਂ ਨੇ। ਉਹਨੂੰ ਦੇਖ ਕੇ ਜਿਹੜਾ ਹੈਗਾ ਸਰਕਾਰ ਨੂੰ ਸੰਜੀਦਾ ਹੋਣਾ ਚਾਹੀਦਾ। ਔਰ ਅੱਜ ਜਿਹੜਾ ਹੈਗਾ ਇਹ ਸੈਸ਼ਨ ਵਧਾਉਣ ਦੀ ਲੋੜ ਹੈ ਔਰ ਇਹਦੇ ਉੱਤੇ ਸਰਕਾਰ ਨੂੰ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ਬਾਕੀ ਜਦੋਂ ਨਾਰਮਲ ਸਿਚੁਏਸ਼ਨ ਹੋ ਗਈ ਫਿਰ ਤਾਂ ਡਿਸਕਸ਼ਨ ਦੀ ਲੋੜ ਹੀ ਨਹੀਂ ਪੈਣੀ। ਮੈਡੀਸਿਨ ਆ ਗਈ, ਉਸ ਤੋਂ ਬਾਅਦ ਨਾਰਮਲ ਜ਼ਿੰਦਗੀ ਪਟੜੀ ਦੇ ਉੱਤੇ ਆ ਗਈ, ਤਾਂ ਫੇਰ ਕਰੋਨਾ ਦੇ ਉੱਤੇ ਚਰਚਾ ਦੀ ਲੋੜ ਨਹੀਂ ਪੈਣੀ। ਚਰਚਾ ਦੀ ਲੋੜ ਅੱਜ ਹੈ। ਔਰ ਉਹਦੇ ਨਾਲ ਜਿਹੜੀ ਸਭ ਤੋਂ ਵੱਡੀ ਲੋੜ ਹੈ ਉਹ ਹੈ ਲਾਅ ਐਂਡ ਆਰਡਰ ਦੀ। ਅੱਜ ਜਿਹੜਾ ਹੈਗਾ ਹਾਲਾਤ ਇਦਾਂ ਦੇ ਨੇ, ਜਦੋਂ ਕੋਈ ਲੜਕੀ ਘਰੋਂ ਜਾਂਦੀ ਹੈ ਬਾਹਰ ਤਾਂ ਉਹਨੂੰ ਸ਼ਾਮ ਤੇ ਇਹ ਨਹੀਂ ਪਤਾ ਹੁੰਦਾ ਵੀ ਉਹਨੇ ਸਹੀ ਸਲਾਮਤ ਘਰ ਆਣਾ ਕਿ ਨਹੀਂ ਆਣਾ। ਜਦੋਂ ਕੋਈ ਬਜ਼ੁਰਗ ਸਵੇਰੇ ਸਿਰ ਤੇ ਪੱਗ ਬੰਨ੍ਹ ਕੇ ਜਾਂਦਾ ਤਾਂ ਸ਼ਾਮ ਨੂੰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਸਲਾਮਤ ਰਹਿਣੀ ਕਿ ਨਹੀਂ ਰਹਿਣੀ। ਲੁੱਟਾਂ ਖੋਹਾਂ ਉਸ ਤੋਂ ਬਾਅਦ ਜਿਹੜੀਆਂ ਦਿਨ ਪਰ ਦਿਨ ਵੱਧ ਰਹੀਆਂ, ਇਹ ਤੁਸੀਂ ਦੇਖੋ ਵੀ ਕਿੱਧਰਲੇ ਪਾਸੇ ਨੂੰ ਜਾ ਕੇ ਸਾਈਡ ਤੇ ਨੂੰ ਰਿਹਾ ਸਿਸਟਮ ਸਾਰਾ। ਤੇ ਜੇ ਡਿਸਕਸ਼ਨਸ ਨਹੀਂ ਹੋਣਗੀਆਂ ਤਾਂ ਉਹਦੇ ਹੱਲ ਕਿੱਦਾਂ ਹੋਣਗੇ? ਇਹਦੇ ਲਈ ਸਰਕਾਰ ਨੂੰ ਇਹ ਤੇ ਚਿੰਤਾ ਕਰਨੀ ਚਾਹੀਦੀ ਹੈ। ਜੋ ਵੀ ਮਰਜ਼ੀ ਢੰਗ ਤਰੀਕਾ ਅਪਣਾਉਣ, ਇਹ ਸੈਸ਼ਨ ਵਧਾਉਣਾ ਚਾਹੀਦਾ ਹੈ ਔਰ ਹਰ ਚੀਜ਼ ਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ। ਚਾਹੇ ਪੈਨਸ਼ਨਸ ਦੀ ਗੱਲ ਹੈ, ਚਾਹੇ ਉਦੋਂ ਬਾਅਦ ਦਾ ਟੈਕਸ ਚੋਰੀ ਦੀ ਗੱਲ ਹੈ, ਚਾਹੇ ਕੋਈ ਸ਼ਰਾਬ ਮਾਫੀਆ ਦੀ ਗੱਲ ਹੈ, ਚਾਹੇ ਜਿਹੜੇ ਸ਼ਰਾਬ ਦੇ ਵਿੱਚ ਜਿੱਦਾਂ ਕਿਹਾ ਗਿਆ ਵੀ ਕਤਲ ਹੋਏ ਨੇ ਤੇ ਉਹਦਾ ਰਿਜ਼ਲਟ ਕਿੱਥੇ ਨੇ? ਨਾ ਬੰਬ ਮੋੜ ਧਮਾਕਾ ਜਿਹੜਾ ਹੋਇਆ ਸੀ ਉੱਥੇ ਮੋੜ ਦੇ ਵਿੱਚ, ਉਹਦਾ ਕੋਈ
ਜਿਹੜਾ ਹੱਲ ਉਹ ਕਾਤਲਾਂ ਤੇ ਕੋਈ ਕਾਰਵਾਈ ਨਾ, ਜਿਹੜਾ ਬੀਆਂ ਵਾਲਾ ਹੋਇਆ ਉਹਦੇ ਵਿੱਚ ਨਾ, ਜਿਹੜਾ ਜੋੜਾ ਫਾਟਕ ਤੇ ਰੇਲਵੇ ਦੇ ਥੱਲੇ ਉਹਦੇ ਵਿੱਚ, ਤੇ ਨਾ 120 ਤੋਂ ਵੱਧ ਜਿਹੜੇ ਹੁਣ ਸ਼ਰਾਬ ਦੇ ਵਿੱਚ ਮਰ ਗਏ ਨੇ ਉਹਦਾ। ਤੇ ਹੋ ਕੀ ਰਿਹਾ ਹੈ? ਤੇ ਜੇਕਰ ਇਹ ਜਿਹੜੇ ਮੁੱਦੇ ਸਰਕਾਰ ਕੁਛ ਤਾਂ ਕਰੇ, ਕੋਈ ਤਾਂ ਰਿਜ਼ਲਟ ਦੇਵੇ। ਜਿਹੜੇ ਵਾਅਦੇ ਕੀਤੇ ਉਹ ਵੀ ਸਾਰੇ ਉਦਾਂ ਦੇ ਉਦਾਂ ਹੀ ਨੇ। ਠੀਕ ਤੇ ਹੈ, ਫਿਰ ਕਹਿੰਦੇ ਜਦੋਂ ਨਾਰਮਲ ਸਿਚੁਏਸ਼ਨ ਹੋ ਗਈ, ਸਿਚੁਏਸ਼ਨ ਨਾਰਮਲ ਕਦੋਂ ਹੋਣੀ? 3.5 ਸਾਲ ਹੋ ਗਏ। ਨਾਰਮਲ ਜੇ ਦੀ ਕੋਈ ਚਰਚਾ ਕਿਸੇ ਦੀ ਕਰਨੀ ਗਲਤੀ ਪੈਣੀ ਹੈ, ਚਰਚਾ ਕਰਕੇ ਕਰਨ ਤੋਂ ਬਾਅਦ ਉਹਦੇ ਤੇ ਕੰਮ ਲੋਕਾਂ ਨੂੰ ਹੋਏਗਾ। ਜਵਾਬ ਮੈਨੂੰ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਖੀਰਲਾ ਕਮੈਂਟ ਪਿਆਰੇ ਲਾਲ ਜੀ। ਦੇਖੋ ਮੈਂ ਇੱਕੋ ਬੇਨਤੀ ਕਰਾਂਗਾ ਵੀ ਕੈਪਟਨ ਸੰਧੂ ਸਾਹਿਬ ਨੇ ਜਿਹੜਾ ਕਿਹਾ ਹੈ ਕਿ ਜੀ ਐਕਸਪਰਟ, ਮੈਂ ਕੋਈ ਐਕਸਪਰਟ ਨਹੀਂ ਹਾਂ, ਪਰ ਮੇਰਾ ਰਾਈਟ ਹੈ ਕਿ ਮੈਂ ਕਹਾਂ ਕਿ ਆਹ ਗੱਲ ਹੋਣੀ ਚਾਹੀਦੀ ਹੈ। ਮੈਂ ਸਿਟੀਜ਼ਨ ਦੇ ਤੌਰ ਤੇ ਬੋਲਦਾ। ਔਰ ਇਹ ਜੇ ਇੱਥੇ ਮੈਨੂੰ ਚੁੱਪ ਕਰਾਉਣਾ ਚਾਹੁੰਦੇ ਨੇ, ਮੈਨੂੰ ਲੱਗਦਾ ਵੀ ਮੈਨੂੰ ਤਾਂ ਅਮਰ ਅਰੋੜਾ ਜੀ ਦੀ ਗੱਲ ਠੀਕ ਲੱਗਦੀ ਹੈ ਵੀ ਕਿਉਂਕਿ ਸਾਡੀ ਗਿਣਤੀ ਜ਼ਿਆਦਾ ਹੈ, ਅਸੀਂ ਸਿਰਾਂ ਨੂੰ ਗਿਣ ਕੇ ਫੈਸਲਾ ਕਰਦੇ ਨੇ। ਸੱਚੀ ਮੁੱਚੀ ਵਿਧਾਨ ਸਭਾ 'ਚ ਹੋਣਾ ਚਾਹੀਦਾ ਹੈ ਕਿ ਸਾਰੀਆਂ ਪਾਰਟੀਆਂ, ਈਵਨ ਲੋਕਾਂ ਦੀ ਰਾਏ ਮੰਗੋ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਵਿਧਾਨ ਸਭਾ ਡਿਸਕਸ ਕਰੇ। ਉੱਥੇ ਫਿਰ ਸਪੀਕਰ ਬਿਜ਼ਨਸ ਐਡਵਾਈਜ਼ਰੀ ਕਮੇਟੀ ਕਹੇ ਵੀ ਆਹ ਲੋਕਾਂ ਦੀ ਰਾਏ ਆਈ ਹੈ, ਆਹ ਆਪੋਜੀਸ਼ਨ ਪਾਰਟੀਆਂ ਦੀ ਆਈ ਹੈ, ਆਹ ਜਿਹੜੀ ਹੈ ਸਾਡੀ ਸਰਕਾਰ ਦੀ ਰਾਏ ਆਈ ਹੈ, ਆਪਾਂ ਦੱਸੋ ਇਹਦੇ 'ਚੋਂ ਕਿਹੜਾ ਕਿਹੜਾ ਡਿਸਕਸ ਕਰ ਸਕਦੇ ਹਾਂ। ਤਾਂ ਡੈਮੋਕ੍ਰੇਸੀ ਰਹੂਗੀ, ਨਹੀਂ ਰਹੇਗੀ। ਜਦ ਤੁਸੀਂ ਗਿਣਤੀ ਕਰਕੇ ਵੀ ਸਾਡੀ ਗਿਣਤੀ ਵੱਧ ਹੈ ਨਾ, ਫਿਰ ਚੱਲੀ ਜਾਏਗਾ ਫੈਸਲੇ ਗਿਣਤੀ ਨਾਲ ਹੀ ਕਰਦੇ ਹੋ। ਹਾਲਾਂਕਿ ਸਾਡਾ ਸੰਵਿਧਾਨ ਇਹੀ ਕਹਿੰਦਾ ਹੈ ਵੀ ਮੈਜੋਰਟੀ 'ਚ ਹੀ ਫੈਸਲੇ ਹੋਣੇ ਨੇ, ਪਰ ਚਰਚਾ 'ਚ ਨਹੀਂ ਸੰਵਿਧਾਨ ਇਹ ਕਹਿੰਦਾ। ਚਰਚਾ ਦੇ ਵਿੱਚ ਬਾਕਾਇਦਾ ਹਰੇਕ ਪਾਰਟੀ ਨੂੰ ਉਹਦੇ ਨੰਬਰਾਂ ਦੇ ਹਿਸਾਬ ਨਾਲ ਟਾਈਮ ਵੀ ਮਿਲਦਾ ਹੈ। ਜੇ ਟਾਈਮ ਮਿਲਦਾ ਤਾਂ ਉਹਦੇ ਮੁੱਦੇ ਵੀ ਹੋਣੇ ਚਾਹੀਦੇ ਨੇ। ਸੋ ਮੈਂ ਇਸ ਗੱਲ ਤੇ ਬਿਲਕੁਲ ਇਹ ਕਹਿਣਾ ਚਾਹੁੰਦਾ ਕੈਪਟਨ ਸੰਦੀਪ ਸੰਧੂ ਜੀ ਨੂੰ ਸਪਸ਼ਟ ਤੌਰ ਦੇ ਉੱਤੇ ਕਿ ਜੋ ਮੈਂ ਆਪਦੀ ਰਾਏ ਰੱਖਦਾ ਉਹ ਮੈਂ ਰੱਖਦਾ ਰਹਾਂਗਾ, ਉਹ ਠੀਕ ਹੈ। 117 MLA ਪੂਰੀ ਮਾਣ ਇੱਜ਼ਤ ਕਰਦੇ ਹੋਏ ਮੈਂ ਕਹਿੰਦਾ ਉਹਨਾਂ ਨੂੰ ਪੰਜਾਬ ਦੇ ਮੁੱਦੇ ਵੀ ਡਿਸਕਸ ਕਰ। ਇਹ ਨਹੀਂ ਵੀ ਜੋ ਸੰਵਿਧਾਨ 'ਚ ਡਿਸਕਸ ਹੋ ਗਿਆ ਐਂ ਤਾਂ ਜਿਹੜਾ ਡਾਕਟਰ ਕਹੇ ਮੈਂ ਜੋ ਇਲਾਜ ਕਰਤਾ ਠੀਕ ਹੈ, ਇਹ ਨਹੀਂ ਮੰਨਿਆ ਜਾ ਸਕਦਾ। ਹੀ ਹੈਜ਼ ਟੂ ਐਕਸਪਲੇਨ ਕਿ ਅਸੀਂ ਆਹ ਕਰਿਆ ਭਾਈ ਤੁਹਾਡੇ ਵਾਸਤੇ। ਸੋ ਇਹ ਹੋਣੇ ਚਾਹੀਦੇ ਨੇ ਕਿ ਸਾਰੀ ਆਪੋਜੀਸ਼ਨ ਨੂੰ, ਲੋਕਾਂ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਦੱਸੋ ਅਸੀਂ ਸੈਸ਼ਨ ਕਰਨਾ, ਇਹ ਸੈਸ਼ਨ ਵਧਾਉਣਾ ਚਾਹੀਦਾ, ਇਸ ਤੋਂ ਬਗੈਰ ਕੋਈ ਹੱਲ। ਠੀਕ ਹੈ, ਬਹੁਤ ਬਹੁਤ ਧੰਨਵਾਦ ਕੈਪਟਨ ਸੰਦੀਪ ਸੰਧੂ ਜੀ, ਅਮਨ ਜੀ, ਪਿਆਰੇ ਲਾਲ ਜੀ, ਖਹਿਰਾ ਸਾਹਿਬ ਤੇ ਕਾਲੀਆ ਸਾਹਿਬ। ਪਰ ਸਵਾਲ ਵੱਡਾ ਹੈ, ਸਾਰਾ ਕੁਝ ਤੁਹਾਨੂੰ ਸਮਝ ਆ ਗਿਆ ਇਸ ਪੂਰੀ ਚਰਚਾ ਦੇ ਵਿੱਚ ਕਿ ਸੈਸ਼ਨ ਛੋਟਾ ਕਿਉਂ ਹੁੰਦਾ ਜਾ ਰਿਹਾ ਹੈ ਔਰ ਸਿਆਸਤ ਵੱਡੀ ਕਿਉਂ ਹੁੰਦੀ ਜਾ ਰਹੀ ਹੈ। ਲੋਕਾਂ ਦੇ ਮਸਲੇ ਕਿੱਥੇ ਗਏ ਨੇ ਔਰ ਦੂਜੇ ਮਸਲੇ ਕਿੱਥੇ ਆ ਗਏ ਨੇ। ਕਈ ਸਵਾਲ ਨੇ, ਸਵਾਲਾਂ ਦੇ ਜਵਾਬ ਨਹੀਂ ਮਿਲਦੇ, ਪਰ ਸਵਾਲ ਘੁੰਮਦੇ ਰਹਿੰਦੇ ਨੇ ਔਰ ਇਹੀ ਸੈਸ਼ਨ ਔਰ ਸਰਕਾਰ ਤੇ ਸਵਾਲ ਦਾ ਅਸਲ ਸੱਚ ਹੈ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।